ਸਤਿ ਸ਼੍ਰੀ ਅਕਾਲ ਜੀ। ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਲਾਨਾ ਤੋਂ ਮਨਦੀਪ ਖੁੱਲਰ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ। ਇਹ ਅੱਜ ਸਾਨੂੰ ਵੋਕੇਸ਼ਨਲ ਕੋਰਸਿਸ ਦੇ ਬਾਰੇ ਆਮ ਜਾਣਕਾਰੀ ਦੇਣਗੇ। ਮਨਦੀਪ ਖੁੱਲਰ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਇਸ ਸੈਸ਼ਨ ਵਿੱਚ। ਥੈਂਕ ਯੂ ਮੈਮ। ਮੈਂ ਸੁਖਵਿੰਦਰ ਕੌਰ ਮੈਮ ਜੀ ਦਾ ਤੇ ਐਜੂਕੇਸ਼ਨ ਸੁਸਾਇਟੀ ਦਾ ਉੱਚੀ ਬੋਲੀ ਬੱਚਿਆਂ ਨੂੰ ਵੋਕੇਸ਼ਨ ਬਾਰੇ ਦੱਸਣ, ਕੋਰਸਿਸ ਬਾਰੇ ਦੱਸਣ ਲਈ ਇਨਵਾਈਟ ਕਰਨ ਲਈ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ। ਹੁਣ ਅਸੀਂ ਵੋਕੇਸ਼ਨ ਕੋਰਸਿਸ ਬਾਰੇ ਡਿਸਕਸ ਕਰਾਂਗੇ। ਤਾਂ ਵੋਕੇਸ਼ਨ ਸਿੱਖਿਆ, ਜਿਵੇਂ ਕਿ ਅਸੀਂ ਸਲਾਈਡ ਤੇ ਦੇਖਦੇ ਹਾਂ ਕਿ ਵੋਕੇਸ਼ਨ ਕੋਰਸ ਉਹ ਕਿੱਤਾ ਮੁਖੀ ਕੋਰਸ ਹਨ ਜਿਨ੍ਹਾਂ ਨੂੰ ਕਰਕੇ ਵਿਦਿਆਰਥੀ ਇੱਕ ਕੁਸ਼ਲ ਕਾਮਾ ਬਣ ਸਕਦੇ ਹਨ। ਉਹ ਆਪਣਾ ਖੁਦ ਦਾ ਵੀ ਕੰਮ ਕਰ ਸਕਦੇ ਹਨ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਮੌਕੇ ਦੇ ਸਕਦੇ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਵੋਕੇਸ਼ਨ ਕੋਰਸ ਹਨ, ਜਿਵੇਂ ਕਿ ਕਮਰਸ਼ੀਅਲ, ਇੰਜੀਨੀਅਰ, ਸਿਹਤ ਅਤੇ ਚਿਕਿਤਸਾ, ਹੋਮ ਸਾਇੰਸ, ਖੇਤੀਬਾੜੀ, ਹਾਊਸਪਿਟੈਲਿਟੀ ਅਤੇ ਟੂਰਿਜ਼ਮ ਆਦਿ ਉੱਤੇ ਬੇਸਡ ਵੱਖ-ਵੱਖ ਪ੍ਰਕਾਰ ਦੇ ਵੋਕੇਸ਼ਨ ਕੋਰਸ ਸਾਡੇ ਦੇਸ਼ ਵਿੱਚ ਕਰਾਏ ਜਾਂਦੇ ਹਨ। ਇਹਨਾਂ ਵੋਕੇਸ਼ਨ ਕੋਰਸ ਕਰਨ ਨਾਲ ਕਿਆ ਹੁੰਦਾ ਹੈ ਕਿ ਇੱਕ ਵਿਅਕਤੀ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਵੀ ਜੌਬ ਕਰ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਜਿਵੇਂ ਸਰਕਾਰ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦੀ, ਤਾਂ ਇਸ ਕਰਕੇ ਉਹ ਵਿਦਿਆਰਥੀ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰ ਸਕਦੇ ਹਨ। ਉਹ ਆਪਣਾ ਕੰਮ ਖੋਲ੍ਹ ਸਕਦੇ ਹਨ। ਜਦੋਂ ਉਹ ਆਪਣਾ ਕੰਮ ਖੋਲ੍ਹਣਗੇ, ਇਸ ਨਾਲ ਕਿਆ ਹੈ ਕਿ ਉਹ ਦੂਸਰਿਆਂ ਜਿਨ੍ਹਾਂ ਕੋਲ ਕੰਮ ਨਹੀਂ ਹੈ ਉਹਨਾਂ ਨੂੰ ਵੀ ਰੁਜ਼ਗਾਰ ਦੇਣਗੇ। ਇਸ ਦੇ ਨਾਲ ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਏਗਾ। ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੈ ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਏਗਾ। ਦੇਸ਼ ਵਿੱਚ ਬੇਰੁਜ਼ਗਾਰੀ ਦੇ ਵਿੱਚ ਕਮੀ ਆਏਗੀ ਅਤੇ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਿਹੜਾ ਹੈਗਾ ਉਹ ਵਾਧਾ ਹੋਏਗਾ। ਬਿਲਕੁਲ ਸਰ, ਦੇਖਦੇ ਹਾਂ ਆਮ ਕਿ ਬੱਚੇ ਜਿਹੜੇ ਹੈਗੇ ਨੇ ਪੜ੍ਹਾਈਆਂ ਕਰ ਲੈਂਦੇ ਨੇਗੇ। ਉਹਨਾਂ ਨੂੰ ਇਹ ਪਤਾ ਹੈ ਕਿ 10ਵੀਂ ਤੋਂ ਬਾਅਦ 12ਵੀਂ ਕਰਨੀ ਹੈ, 12ਵੀਂ ਤੋਂ ਬਾਅਦ BA ਕਰਨੀ ਹੈ, BA ਤੋਂ ਬਾਅਦ MA ਕਰਨੀ ਹੈ। ਪਰ ਫਿਰ ਉਹ ਕਈ ਵਾਰ ਸੋਚਦੇ ਨੇ ਵੀ ਇਸ ਤੋਂ ਬਾਅਦ ਅੱਗੇ ਕੀ ਕਰੀਏ। ਪਰ ਵੋਕੇਸ਼ਨਲ ਕੋਰਸਿਸ ਵਿੱਚ ਦੇਖੋ ਅਜਿਹਾ ਨਹੀਂ ਹੁੰਦਾ। ਵੋਕੇਸ਼ਨਲ ਕੋਰਸਿਸ ਵਿੱਚ ਉਹਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਕਿ ਮੈਂ ਕਿਹੜੇ ਕਾਰੋਬਾਰ ਵੱਲ ਜਾਣਾ। ਇਸ ਚੀਜ਼ ਦਾ ਇਹੀ ਸ਼ਾਇਦ ਬੈਨੀਫਿਟ ਹੈ। ਹਾਂਜੀ ਸਰ। ਸੈਕੰਡ ਕੁਐਸਚਨ। ਹਾਂਜੀ ਸਰ, ਇਹਦੇ ਬਾਰੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਆਪਣੀ ਐਜੂਕੇਸ਼ਨ ਦੀ ਜਿਹੜੀ ਪਾਲਿਸੀ ਹੈ ਉਹ ਚੇਂਜ ਹੋ ਚੁੱਕੀ ਹੈ। ਨਵੀਂ ਐਜੂਕੇਸ਼ਨ ਪਾਲਿਸੀ ਆ ਗਈ ਹੈ। ਤਾਂ ਇਹਦੇ ਵੋਕੇਸ਼ਨਲ ਕੋਰਸਿਸ ਦੇ ਰਿਗਾਰਡਿੰਗ ਵੀ ਕੋਈ ਨਵੀਂ ਪਾਲਿਸੀ ਆਈ ਹੈ ਜਾਂ ਕੁਝ ਇਹਦੇ ਵਿੱਚ ਚੇਂਜਸ ਆਈਆਂ ਨੇਗੀਆਂ? ਹਾਂਜੀ ਮੈਮ, ਸਮੇਂ ਦੀ ਲੋੜ ਮੁਤਾਬਿਕ ਵੋਕੇਸ਼ਨ ਜੋ ਸਿੱਖਿਆ ਹੈ ਇਸ ਦੀ ਨੀਤੀ ਵਿੱਚ ਚੇਂਜਸ ਆਏ ਨੇ। ਜਿਵੇਂ ਕਿ ਕੇਂਦਰ ਸਰਕਾਰ ਵੀ ਜਾਣਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੋਕੇਸ਼ਨ ਦੀ ਬਹੁਤ ਜ਼ਿਆਦਾ ਮੰਗ ਵਧੇਗੀ। ਜਿਵੇਂ ਕਿ ਚਾਈਨਾ ਲਗਾ ਲਈਏ ਜੀ, ਬਹੁਤ ਡਿਵੈਲਪ ਕੰਟਰੀ ਹੈ, ਉੱਥੇ ਵੋਕੇਸ਼ਨ ਵੱਲ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਬਿਲਕੁਲ। ਇਸ ਕਰਕੇ ਉਹਨਾਂ ਦੀ ਉਤਪਾਦਨ ਲਾਗਤ ਬਹੁਤ ਘੱਟ ਹੈ ਕਿਉਂਕਿ ਉਹਨਾਂ ਕੋਲ ਟ੍ਰੇਨਡ ਵਰਕਰ ਨੇ। ਤਾਂ ਆਪਣੇ ਦੇਸ਼ ਵਿੱਚ ਟ੍ਰੇਨਡ ਵਰਕਰ ਦੀ ਬਹੁਤ ਜ਼ਿਆਦਾ ਲੋੜ ਹੈ। ਸਕਿਲਡ ਵਰਕਰ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਹਾਂਜੀ ਹਾਂ, ਸਕਿਲਡ ਵਰਕਰ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਇਸ ਨਾਲ ਕੀ ਹੋਏਗਾ ਕਿ ਆਪਾਂ ਆਪਣੇ ਸੀਮਿਤ ਸਰੋਤਾਂ ਤੋਂ ਵੱਧ ਉਤਪਾਦਨ ਕਰ ਸਕਦੇ ਹਾਂ, ਘੱਟ ਲਾਗਤ ਤੇ ਉਤਪਾਦਨ ਕਰ ਸਕਦੇ ਹਾਂ। ਇਸ ਲਈ ਸਰਕਾਰ ਨੇ ਵੋਕੇਸ਼ਨ ਸਿੱਖਿਆ ਵੱਲ ਲਈ ਸਪੈਸ਼ਲ ਨੀਤੀ ਬਣਾਈ ਹੈ। ਤਾਂ ਸਾਡੇ ਜਿਵੇਂ ਕਿ ਸਲਾਈਡ ਤੇ ਲਿਖਿਆ ਹੋਇਆ ਹੈ, ਸਾਡੇ ਦੇਸ਼ ਦੇ 12ਵੇਂ 5 ਸਾਲਾ ਪਲਾਨ ਅਨੁਸਾਰ ਦੇਸ਼ ਦੇ ਲਗਭਗ 5% ਕਾਮੇ ਜਿਨ੍ਹਾਂ ਦੀ ਉਮਰ 19 ਤੋਂ 24 ਸਾਲ ਦੀ ਹੈ ਵੋਕੇਸ਼ਨ ਦੀ ਸਿੱਖਿਆ ਲੈਣਗੇ। ਠੀਕ ਹੈ ਜੀ। ਦੂਸਰੇ ਪੁਆਇੰਟ ਵਿੱਚ ਹੈ 2025 ਤੱਕ ਘੱਟ ਤੋਂ ਘੱਟ 50% ਸਕੂਲ ਅਤੇ ਉੱਚ ਵਿਦਿਅਕ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕੋਲ ਰੁਜ਼ਗਾਰ ਦੇ ਮੌਕੇ ਹੋਣਗੇ ਅਤੇ ਜਿਨ੍ਹਾਂ ਵਿਦਿਆਰਥੀਆਂ ਕੋਲ ਇਹ ਮੌਕੇ ਨਹੀਂ ਮਿਲੇ ਉਹ ਖੁਦ ਦਾ ਕੰਮ ਕਰ ਸਕਣਗੇ। ਠੀਕ ਹੈ ਜੀ। ਮਤਲਬ ਆਪਣਾ ਕਾਰੋਬਾਰ ਵੀ ਉਹ ਸ਼ੁਰੂ ਕਰ ਸਕਦੇ ਨੇ। ਇਹ ਉਹਨਾਂ ਦੇ ਲਈ ਸਭ ਤੋਂ ਵਧੀਆ ਗੱਲ ਹੈਗੀ। ਹਾਂਜੀ ਹਾਂ, ਵੀ ਉਹਨਾਂ ਨੂੰ ਕਿਸੇ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ ਹੈਗੀ ਕਿ ਕੋਈ ਮੈਨੂੰ ਰੋਜ਼ਗਾਰ ਪ੍ਰਦਾਨ ਕਰੇਗਾ ਜਾਂ ਕਿਸੇ ਮੈਂ ਜਾ ਕੇ ਅਪਲਾਈ ਕਰਨਾ ਹੈ ਜਾਂ ਕੁਝ ਕਰਨਾ ਹੈ। ਆਪਣਾ ਰੋਜ਼ਗਾਰ ਜੋ ਹੈ ਉਹ ਕਰ ਸਕਦਾ ਹੈ। ਬਿਲਕੁਲ। ਤੀਸਰੇ ਹੈ ਆਪਣੇ ਕੋਲ ਗ੍ਰੋਸ ਇਨਰੋਲਮੈਂਟ ਰੇਸ਼ੋ ਵਿੱਚ ਵੋਕੇਸ਼ਨ ਸਿੱਖਿਆ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਤੇ ਲਾਸਟ ਹੈ ਆਪਣੇ ਕੋਲ ਚੌਥਾ ਪੁਆਇੰਟ, ਸਾਡੇ ਦੇਸ਼ ਵਿੱਚ ਨਵੀਂ ਸਿੱਖਿਆ ਪਾਲਿਸੀ ਵੀ ਵੋਕੇਸ਼ਨ ਸਿੱਖਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਤਾਂ ਕਿ ਸਾਡੇ ਦੇਸ਼ ਵਿੱਚ ਉੱਚ ਕੋਟੀ ਦੇ ਕਾਮੇ ਤਿਆਰ ਹੋ ਸਕਣ। ਹਾਂਜੀ। ਇਸ ਵਿੱਚ ਮੈਂ ਇਹ ਕਹੂੰਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਬੱਚੇ +2 ਤੋਂ ਬਾਅਦ ਨੌਕਰੀ ਭਾਲਦੇ ਸੀਗੇ। ਉਹਨਾਂ ਕੋਲ ਕੋਈ ਸਪੈਸ਼ਲ ਕੋਰਸ ਨਹੀਂ ਕੀਤਾ ਹੁੰਦਾ ਸੀ, ਜਿਸ ਕਰਕੇ ਉਹਨਾਂ ਨੂੰ ਚੰਗੀ ਨੌਕਰੀ ਨਹੀਂ ਮਿਲਦੀ ਸੀ। ਬਿਲਕੁਲ। ਪਰ ਹੁਣ ਬੱਚਿਆਂ ਕੋਲ ਸਪੈਸ਼ਲ ਇੱਕ ਕਿੱਤਾ ਮੁਖੀ ਗਿਆਨ ਹੁੰਦਾ ਹੈ, ਉਹਨਾਂ ਕੋਲ ਕੋਰਸ ਕੀਤਾ ਹੋਇਆ, ਉਸੇ ਪ੍ਰੈਕਟੀਕਲ ਟ੍ਰੇਨਿੰਗ ਕੀਤੀ ਹੋਈ ਹੈ, ਤਾਂ ਉਹ ਉਸ ਕੋਰਸ ਦੇ ਰਿਗਾਰਡਿੰਗ ਇੱਕ ਜੌਬ ਲੈ ਸਕਦੇ ਹਨ। ਮਤਲਬ ਕਹਿ ਸਕਦੇ ਹਾਂ ਕਿ ਬੱਚੇ ਜਿਹੜੇ ਨੇ ਅੱਜ ਦੇ ਜ਼ਿਆਦਾ ਫੋਕਸਡ ਹੈ। ਹਾਂਜੀ।
ਜ਼ਿਆਦਾ ਫੋਕਸਡ ਹੈ। ਪਹਿਲਾਂ ਆਪਾਂ ਇੱਕ ਬਲਾਈਂਡਲੀ ਸਟੱਡੀ ਕਰੀ ਜਾਂਦੇ ਸੀ ਕਿ ਤੇ ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਮਿਲਦਾ ਸੀ, ਉਸ ਦਾ ਕੋਈ ਫਾਇਦਾ ਨਹੀਂ ਸੀ ਮਿਲ ਪਾਉਂਦਾ, ਨਾ ਬੱਚਿਆਂ ਨੂੰ, ਨਾ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਅਸੀਂ ਉਸ ਤੋਂ ਬਾਅਦ ਕੀ ਕਰਨਾ ਹੈ। ਹਾਂਜੀ ਹਾਂਜੀ। ਹੁਣ ਜ਼ਿਆਦਾ ਵਿਦਿਆਰਥੀ ਫੋਕਸਡ ਹੈਗੇ ਨੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ। ਹਾਂਜੀ, ਮੈਂ ਇੱਥੇ ਇੱਕ ਤੁਹਾਨੂੰ ਐਗਜ਼ਾਮਪਲ ਵੀ ਦੱਸ ਦਿਆਂ ਜੀ। ਮੈਂ ਮੰਡੀ ਗੋਬਿੰਦਗੜ੍ਹ ਰਹਿਣਾ ਜੀ, ਤਾਂ ਉੱਥੇ ਇੱਕ ਸ਼ਾਪ ਦੇ ਬਾਹਰ ਲਿਖਿਆ ਹੋਇਆ ਆਪਣੀ ਇਨਕਮ ਟੈਕਸ ਦੀ ਰਿਟਰਨ ਭਰਾਓ, 400 ਰੁਪਏ ਲੱਗੂਗਾ। ਮੈਂ ਉਸ ਨੂੰ ਪੁੱਛਿਆ ਜੀ ਵੀ ਸੈਕਸ਼ਨ 89 ਅੰਡਰ ਰਿਬੇਟ ਮਿਲ ਜੂਗੀ? ਕਹਿੰਦਾ ਜੀ ਮੈਨੂੰ ਇੰਨਾ ਨਹੀਂ ਪਤਾ, ਪਰ ਰਿਟਰਨ ਭਰਨ ਦੇ 400 ਰੁਪਏ ਲੈਂਦੇ ਆ। ਤਾਂ ਇਸ ਦਾ ਇੱਕ ਖਾਸ ਮੌਕਾ ਵਿਦਿਆਰਥੀਆਂ ਕੋਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਟੈਕਸੇਸ਼ਨ ਪ੍ਰੈਕਟਿਸ ਦਾ ਜੀ ਵੋਕੇਸ਼ਨਲ ਦਾ ਕੋਰਸ ਕਰਾਇਆ ਜਾਂਦਾ ਹੈ। ਓਕੇ, ਟੈਕਸੇਸ਼ਨ ਐਂਡ ਪ੍ਰੈਕਟਿਸ ਦਾ ਇਹ ਵਿਸ਼ਾ ਕਰਨ ਤੋਂ ਬਾਅਦ ਵਿਦਿਆਰਥੀ ਆਨਲਾਈਨ ਰਿਟਰਨ ਲੋਕਾਂ ਦੀ ਭਰ ਸਕਦੇ ਨੇ। ਰਿਟਰਨ ਭਰ ਕੇ ਉਹਨਾਂ ਨੂੰ 400 ਰੁਪਇਆ ਇੱਕ ਰਿਟਰਨ ਦਾ, ਜਿਹਨੂੰ ਕਿ 5-10 ਮਿੰਟ ਲੱਗਦੇ ਰਿਟਰਨ ਭਰਨ ਦੇ, ਹਾਂਜੀ, ਆਪਣੀ ਕਮਾਈ ਦਾ ਸਰੋਤ ਬਣਾ ਸਕਦੇ ਨੇ। ਤੇ ਜੋ ਇਹਦੇ ਵਿੱਚ ਸਰ ਸਿਰਫ ਇਹਦੇ ਬਾਰੇ ਹੀ, ਟੈਕਸ ਭਰਨ ਦੇ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੋਏਗੀ ਸਪੈਸੀਫਿਕ? ਹਾਂਜੀ ਮੈਡਮ, ਸਾਰੀ ਡਿਟੇਲ 'ਚ ਜਾਣਕਾਰੀ ਦਿੱਤੀ ਜਾਂਦੀ ਹੈ, ਜਿਵੇਂ ਕੰਪਨੀਆਂ ਦਾ ਵੀ ਟੈਕਸ ਕਿਵੇਂ ਚੱਲਦਾ ਹੈ, ਇੱਕ ਜੁਆਇੰਟ ਹਿੰਦੂ ਫੈਮਿਲੀ ਦਾ ਕਿਵੇਂ ਚੱਲਦਾ, ਇੱਕ ਵਪਾਰਕ ਅਦਾਰੇ ਦਾ ਕਿਵੇਂ ਚੱਲਦਾ, ਇੱਕ ਸੈਲਰੀਡ ਇੰਪਲੋਇਡ ਹੈ ਉਹਦਾ ਟੈਕਸ ਰਿਟਰਨ ਕਿਵੇਂ ਭਰਨੀ ਹੈ, ਇਹ ਸਾਰਾ ਕੁਝ ਉਸ ਵਿੱਚ ਸਿਖਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਬੱਚਾ +2 ਕਰਨ ਤੋਂ ਬਾਅਦ ਨਾਲ ਦੇ ਨਾਲ ਕਮਾਈ ਆਪਣੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਸਕਦਾ ਹੈ, ਔਰ ਫਾਈਨੈਂਸ਼ੀਅਲੀ ਉਹਨੂੰ ਕਾਫੀ ਸਪੋਰਟ ਹੋ ਸਕਦੀ ਹੈ। ਜਿਵੇਂ ਕਈ ਜਿਹੜੇ ਹੈਗੇ ਨੇ ਪਰਿਵਾਰ ਉਦਾਂ ਦੇ ਹੁੰਦੇ ਨੇ, ਫੀਸਾਂ ਨਹੀਂ ਭਰ ਸਕਦੇ ਬੱਚਿਆਂ ਦੀਆਂ, ਤਾਂ ਉਹਨਾਂ ਨੂੰ ਵੀ ਬਹੁਤ ਬੈਨੀਫਿਟ ਹੋ ਸਕਦਾ ਹੈ। ਬੱਚਾ ਕਿੱਥੇ 12ਵੀਂ +2 ਕਰਨ ਤੋਂ ਬਾਅਦ ਇਹ ਵਾਲਾ ਕੋਰਸ ਕਰ ਲੈਂਦਾ ਹੈ ਤਾਂ 400 ਰੁਪਇਆ ਉਹਨੂੰ ਇੱਕ ਰਿਟਰਨ ਭਰਨ ਦਾ ਮਿਲ ਰਿਹਾ ਹੈ। ਉਹਨੂੰ ਕਿੰਨਾ ਬੈਨੀਫਿਟ ਹੋ ਰਿਹਾ, ਉਹਦੀ ਫੀਸ ਆਪਣੀ ਆਪ ਕੱਢ ਸਕਦਾ ਹੈ, ਕੌਨਫੀਡੈਂਸ ਲੈਵਲ ਉਹਦਾ ਹਾਈ ਹੋ ਜਾਂਦਾ ਹੈ। ਠੀਕ ਹੈ ਜੀ, ਔਰ ਸਪੈਸੀਫਿਕ ਹੈ, ਕਿਉਂਕਿ ਇਹ ਨਹੀਂ ਹੈਗਾ ਕਿ ਉਹ ਜਾਣਕਾਰੀ ਲਈ ਜਾ ਰਿਹਾ, ਉਹਨੂੰ ਪਤਾ ਹੀ ਨਹੀਂ ਕਿ ਇਹਨੂੰ ਕਿੱਥੇ ਵਰਤਣਾ ਹੈਗਾ, ਉਹਨੂੰ ਇਹ ਵੀ ਪਤਾ ਹੈ ਕਿ ਉਹਨੇ ਕਿੱਥੇ ਵਰਤਣਾ ਹੈ। ਹਾਂਜੀ, ਠੀਕ ਹੈ ਜੀ। ਹਾਂਜੀ ਸਰ, ਤੇ ਇਹਦੀ ਕੋਈ ਮਤਲਬ ਯੋਗਤਾ ਵੀ ਘੱਟੋ ਘੱਟ ਹੈ? ਜਿਵੇਂ ਉਮਰ ਦਾ ਤਾਂ ਤੁਸੀਂ ਦਿੱਤਾ ਹੈਗਾ ਵੀ ਮਤਲਬ ਇੰਨੀ ਉਮਰ ਦੇ ਵਿੱਚ ਉਹ ਕਰ ਸਕਦੇ ਨੇਗੇ, 17 ਤੋਂ 19 ਸਾਲ ਦੇ ਜਿਹੜੇ ਹੈਗੇ ਨੇ, ਤੇ ਕੋਈ ਘੱਟੋ ਘੱਟ ਯੋਗਤਾ ਵੀ ਜ਼ਰੂਰੀ ਹੈ ਜਾਂ ਕੋਈ ਜਿਵੇਂ ਘਰ ਬੈਠਾ ਵਿਦਿਆਰਥੀ ਵੀ ਕੋਈ ਵੀ ਕਰ ਸਕਦਾ ਹੈਗਾ? ਨਹੀਂ ਮੈਮ, ਇਸ ਲਈ ਕੁਝ ਸਰਕਾਰ ਵੱਲੋਂ ਪੈਰਾਮੀਟਰਸ ਬਣਾਏ ਹੋਏ ਨੇ, ਉਸ ਦੇ ਅਕੋਰਡਿੰਗ ਹੀ ਬੱਚਾ ਜੋ ਹੈ ਇਸ ਵਿੱਚ ਐਡਮਿਸ਼ਨ ਲੈ ਸਕਦਾ ਹੈ। ਜਿਵੇਂ ਕਿ ਵਿਦਿਆਰਥੀਓ ਤੁਸੀਂ ਸਲਾਈਡ ਤੇ ਦੇਖਦੇ ਹੋ ਕਿ ਇੱਕ ਵਿਦਿਆਰਥੀ ਜਿਸ ਦੀ ਉਮਰ 14 ਤੋਂ 25 ਸਾਲ ਵਿੱਚ ਹੈ, ਉਹ ਵੋਕੇਸ਼ਨ ਕੋਰਸ ਕਰਨ ਲਈ ਆਪਣੀ ਐਡਮਿਸ਼ਨ ਕਰਾ ਸਕਦਾ ਹੈ। ਠੀਕ ਹੈ ਜੀ। SC ST ਵਿਦਿਆਰਥੀਆਂ ਨੂੰ 28 ਸਾਲ ਦੀ ਉਮਰ ਤੱਕ ਐਡਮਿਸ਼ਨ ਲੈਣ ਦੀ ਛੋਟ ਹੈ। ਠੀਕ ਹੈ ਜੀ। ਪਰ ਇੱਕ ਐਕਸ ਸਰਵਿਸਮੈਨ ਲਈ 45 ਸਾਲ ਦੀ ਉਮਰ ਅਤੇ ਹੈਂਡੀਕੈਪਡ ਪਰਸਨ ਜਾਂ ਵਿਧਵਾ ਔਰਤ ਲਈ 35 ਸਾਲ ਦੀ ਉਮਰ ਤੱਕ ਐਡਮਿਸ਼ਨ ਦੀ ਛੋਟ ਹੈ। ਮਤਲਬ ਹਰ ਕੈਟਾਗਰੀ ਨੂੰ ਜਿਹੜੀ ਹੈ ਰਿਲੈਕਸੇਸ਼ਨ ਦਿੱਤੀ ਹੋਈ ਹੈ ਤਾਂ ਕਿ ਉਹ ਵੋਕੇਸ਼ਨਲ ਕੋਰਸ ਕਰਨ ਤੇ ਉਸ ਦਾ ਫਾਇਦਾ ਉਠਾਉਣ। ਬਿਲਕੁਲ ਸੰਬੰਧਿਤ ਵੋਕੇਸ਼ਨ ਕੋਰਸ ਵਿੱਚ ਦਾਖਲੇ ਲਈ ਘੱਟ ਤੋਂ ਘੱਟ 8ਵੀਂ 10ਵੀਂ ਜਾਂ 12ਵੀਂ ਵੀ ਪਾਸ ਹੋਣ ਦੀ ਸ਼ਰਤਾਂ ਹੋ ਸਕਦੀਆਂ ਹਨ। ਜਿਵੇਂ ਕਿ 9ਵੀਂ ਵਿੱਚ ਵੋਕੇਸ਼ਨ ਰੱਖਣੀ ਹੈ ਜੀ, ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਸਰਕਾਰੀ ਸਕੂਲਾਂ ਦੇ ਵਿੱਚ NSQF ਜੋ ਹੈ ਦੇ ਅਧੀਨ ਵੋਕੇਸ਼ਨ ਕੋਰਸ ਚੱਲ ਰਹੇ ਨੇ ਤੇ ਇਹ ਜਿਹੜੇ ਵੋਕੇਸ਼ਨਲ ਕੋਰਸ ਨੇ ਇਹ 9ਵੀਂ 10ਵੀਂ 2 ਸਾਲ ਦੇ ਜਾਂ 9ਵੀਂ ਤੋਂ 12ਵੀਂ 4 ਸਾਲ ਦੇ ਵੀ ਹਨ। ਤਾਂ ਵਿਦਿਆਰਥੀ 8ਵੀਂ ਪਾਸ ਕਰਨ ਤੋਂ ਬਾਅਦ ਇਹਨਾਂ ਵਿੱਚ ਐਡਮਿਸ਼ਨ ਲੈ ਸਕਦੇ ਹਨ। ਓਕੇ ਜੀ। ਇਸ ਵਿੱਚ ਬੱਚਿਆਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਉਹ ਟ੍ਰੇਨਿੰਗ ਤੇ ਕਲਾਸ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ, ਉਹ ਕਮਾਈ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਕੁਝ ਇਸ ਵਿੱਚ ਇਹ ਵੀ ਦੱਸੇ ਹੋਏ ਨੇ ਕਿ ਜਿਵੇਂ ਇੱਕ ਸਕੂਲ ਵਿੱਚ ਵੋਕੇਸ਼ਨ ਕੋਰਸ ਵਿੱਚ ਐਡਮਿਸ਼ਨ 8ਵੀਂ ਤੋਂ ਬਾਅਦ, ਜਿਵੇਂ ਮੈਂ ਹੁਣੇ ਦੱਸਿਆ ਕਿ 9ਵੀਂ 'ਚ ਐਡਮਿਸ਼ਨ ਮਿਲ ਜੇਗੀ। ਫਿਰ ਵਿਦਿਆਰਥੀ ਜਿਹਨੇ ਕੋਈ ਪ੍ਰਾਈਵੇਟ ਸਕੂਲ ਤੋਂ ਆਇਆ, ਉਸਨੇ 9ਵੀਂ 'ਚ ਵੋਕੇਸ਼ਨ ਨਹੀਂ ਪੜ੍ਹੀ, ਤਾਂ ਉਹ 10ਵੀਂ 'ਚ ਵੀ ਆ ਕੇ ਐਡਮਿਸ਼ਨ ਲੈ ਸਕਦਾ ਹੈ। ਤੇ 10ਵੀਂ ਤੋਂ ਬਾਅਦ ਉਹ 11ਵੀਂ ਦੇ ਵਿੱਚ NSQF ਦੇ ਵਿੱਚ ਐਡਮਿਸ਼ਨ ਲੈ ਸਕਦਾ। ਉਸ ਵੇਲੇ ਉਹਦਾ ਕੋਰਸ 2 ਸਾਲ ਦਾ ਹੋਏਗਾ, 11ਵੀਂ ਤੇ 12ਵੀਂ ਦਾ। ਠੀਕ ਹੈ ਜੀ। ਤੇ ਸਰਕਾਰ ਵੱਲੋਂ ਪੁਰਾਣੀ ਸਕੀਮ ਵੀ ਲਗਾਈ ਹੋਈ ਹੈ, ਜਿਵੇਂ ਪਹਿਲਾਂ ਪੁਰਾਣੀ ਵੋਕੇਸ਼ਨ ਚੱਲਦੀ ਪਈ ਹੈ, ਜਿਸ ਵਿੱਚ ਟੈਕਸੇਸ਼ਨ ਐਂਡ ਪ੍ਰੈਕਟਿਸ ਹੁੰਦਾ ਹੈ, ਬੈਂਕਿੰਗ ਐਂਡ ਇੰਸ਼ੋਰੈਂਸ ਹੁੰਦਾ ਹੈ, ਮਕੈਨੀਕਲ ਹੁੰਦਾ ਹੈ। ਉਸ ਵਿੱਚ ਵਿਦਿਆਰਥੀ 10ਵੀਂ ਤੋਂ ਬਾਅਦ ਐਡਮਿਸ਼ਨ ਲੈ ਸਕਦਾ ਹੈ। ਫਿਰ ਵਿਦਿਆਰਥੀ 12ਵੀਂ ਪਾਸ ਕਰਨ ਤੋਂ ਬਾਅਦ, 12ਵੀਂ ਵੋਕੇਸ਼ਨ ਪਾਸ ਕਰਨ ਤੋਂ ਬਾਅਦ ITI ਕੋਰਸ ਇੰਸਟੀਟਿਊਟਸ ਨੇ, ਡਾਈਡ ਹੈ ਜਿਹੜਾ ਕਿ ਜਿਸ ਨੂੰ ਆਪਾਂ ਕਹਿੰਦੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਕੋਰਸ ਹੈ, ਉਸ ਵਾਸਤੇ ਸਰਕਾਰੀ ਇੰਸਟੀਟਿਊਟਸ ਵੀ ਬਣੇ ਹੋਏ ਹੈ ਜਿੱਥੇ ਵਿਦਿਆਰਥੀ ਐਡਮਿਸ਼ਨ ਲੈ ਸਕਦਾ ਹੈ। ਇਹ ਗੱਲ ਮੈਂ ਤੁਹਾਨੂੰ ਦੱਸਦਾ ਮੈਮ ਕਿ ਵਿਦਿਆਰਥੀਆਂ ਨੂੰ ਨਹੀਂ ਪਤਾ ਹੋਣਾ ਕਿ ਵੋਕੇਸ਼ਨਲ ਜੋ ਵਿਦਿਆਰਥੀ +2 ਵੋਕੇਸ਼ਨਲ ਕਰਦਾ ਹੈ, ਡਾਈਡ ਦੇ ਵਿੱਚ 10% ਦਾ ਰਾਖਵਾਂਕਰਨ ਇਹਨਾਂ ਵਾਸਤੇ ਸੀਟਾਂ ਦਾ ਕੀਤਾ ਗਿਆ ਹੈ। ਓਕੇ। ਤੇ ਇਹਨਾਂ ਲਈ 10% ਸੀਟਾਂ ਰਿਜ਼ਰਵ ਨੇ। ਕਈ ਬੱਚੇ +2 ਤੋਂ ਬਾਅਦ ਪੜ੍ਹਾਈ ਛੱਡ ਜਾਂਦੇ ਨੇ। ਇਸ ਤੋਂ ਇਲਾਵਾ ਤੁਸੀਂ ਜੇ ਟੀਚਰ ਲਾਈਨ ਵਿੱਚ ਜਾਣਾ ਚਾਹੁੰਦੇ ਹੋ ਤਾਂ ਡਾਈਡ ਵਿੱਚ ਐਡਮਿਸ਼ਨ ਲੈ ਲਵੋ। ਬਿਲਕੁਲ। ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ, ਚਾਹੇ ਸਰਕਾਰੀ ਹੈ ਜਾਂ ਪ੍ਰਾਈਵੇਟ ਸਕੂਲ ਹੈ, ਉਹਦੇ ਵਿੱਚ ਜੌਬ ਲੈ ਸਕਦੇ ਹੋ। ਬਿਲਕੁਲ। ਫਿਰ ਆਪਣੇ ਕੋਲ ਜੇ ਕੋਈ ਬੱਚਾ ਅੱਗੇ ਵੀ ਪੜ੍ਹਨਾ ਚਾਹੁੰਦਾ ਤਾਂ ਉਹ ਵੋਕੇਸ਼ਨਲ ਡਿਗਰੀ ਵੀ ਕਰ ਸਕਦਾ ਹੈ।
ਤਾਂ ਇਸ ਵਾਸਤੇ ਉਹ ਅੱਗੇ ਕਿਸੇ ਕਾਲਜ ਵਿੱਚ ਐਡਮਿਸ਼ਨ ਲੈ ਸਕਦਾ ਹੈ। ਉਹਦੇ ਲਈ ਅਲੱਗ ਤੋਂ ਡਿਗਰੀਜ਼ ਹੈਗੀਆਂ ਨੇ ਸਰ? ਹਾਂਜੀ, ਜਿਵੇਂ ਆਪਣੇ ਕੋਲ BVOC ਹੈ, ਬੈਚਲਰ ਇਨ ਐਜੂਕੇਸ਼ਨ। ਬੈਚਲਰ ਇਨ ਐਜੂਕੇਸ਼ਨ ਦੇ ਵਿੱਚ ਬੈਂਕਿੰਗ ਐਂਡ ਇੰਸ਼ੋਰੈਂਸ ਵੀ ਹੈ, ਰਿਟੇਲ ਵੀ ਹੈ, ਮਾਰਕੀਟਿੰਗ ਵੀ ਹੈ, ਟੈਕਸੇਸ਼ਨ ਵੀ ਹੈ, ਬਹੁਤ ਇਸ ਤਰ੍ਹਾਂ ਦੇ ਜਿਹੜੇ ਹੈਗੇ ਡਿਗਰੀ ਕੋਰਸਿਸ ਹੈਗੇ ਨੇ। ਡਿਗਰੀ ਕੋਰਸਿਸ ਹੈਗੇ ਨੇ ਜਿਨ੍ਹਾਂ ਵਿੱਚੋਂ ਦਾਖਲੇ ਲੈ ਸਕਦੇ ਨੇ। ਹਾਂਜੀ, ਠੀਕ ਹੈ ਜੀ ਸਰ। ਤੇ ਸਰ ਇਹਨਾਂ ਵੋਕੇਸ਼ਨਲ ਕੋਰਸਿਸ ਦੇ ਲਾਭ ਕੀ ਨੇ, ਫਾਇਦੇ ਕੀ ਨੇ ਇਹਨਾਂ ਦੇ? ਮੈਮ ਦੇਖੋ ਜੀ, ਦੂਸਰੇ ਕੋਰਸਿਸ ਦੇ ਮੁਕਾਬਲੇ ਜਿਹੜੇ ਹੈਗੇ ਨੇ, ਹਾਂਜੀ, ਇਹਨਾਂ ਦੇ ਕੀ ਫਾਇਦੇ ਨੇਗੇ? ਵੋਕੇਸ਼ਨ ਕੋਰਸ ਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਨੇ। ਜੇ ਤਾਂ ਕਈ ਵਾਰ ਦੇਖਦੇ ਹਾਂ ਵੀ ਬੱਚਾ +2 ਆਰਟਸ ਕਰ ਲੈਂਦਾ ਹੈ, ਜਾਂ ਉਹ ਆਰਟਸ ਕਰਨ ਤੋਂ ਬਾਅਦ ਜਾਂ ਸਾਇੰਸ ਕਰਨ ਤੋਂ ਬਾਅਦ ਉਹ ਅੱਗੇ ਨਹੀਂ ਪੜ੍ਹਦਾ, ਫਿਰ ਉਹ ਇਹ ਕਹਿੰਦਾ ਵੀ ਮੈਨੂੰ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਮਿਲਿਆ ਹੈਗਾ, ਕਿਉਂਕਿ ਉਸ ਕੋਲ ਕੋਈ ਪ੍ਰੈਕਟੀਕਲ ਗਿਆਨ ਹੀ ਨਹੀਂ ਹੁੰਦਾ, ਉਸਦੀ ਕੋਈ ਨੌਲੇਜ ਨਹੀਂ ਹੁੰਦੀ। ਤਾਂ ਵੋਕੇਸ਼ਨਲ ਕਰਨ ਦਾ ਬੱਚਿਆਂ ਨੂੰ ਫਾਇਦਾ ਇਹ ਹੁੰਦਾ ਕਿ ਜਦੋਂ ਉਹ ਇਹਦੇ ਵਿੱਚ ਪ੍ਰੈਕਟੀਕਲ ਕੋਰਸ ਸਾਰਾ ਆਪਣਾ ਪੂਰਾ ਕਰ ਜਾਂਦਾ, ਟ੍ਰੇਨਿੰਗ ਪੂਰੀ ਕਰ ਜਾਂਦਾ, ਬਤੌਰ ਟ੍ਰੇਨਿੰਗ ਵੀ ਹੁੰਦੀ ਆ ਵਿਦਿਆਰਥੀਆਂ ਦੀ, ਜਿਸ ਵਾਸਤੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਫਰਮ ਦੇ ਵਿੱਚ, ਇੰਸਟੀਚਿਊਟਸ ਵਿੱਚ ਲੈ ਕੇ ਜਾਇਆ ਜਾਂਦਾ, ਉੱਥੇ ਦਾ ਕੰਮ ਸਿਖਾਇਆ ਜਾਂਦਾ। ਤਾਂ +2 ਕਰਨ ਤੋਂ ਬਾਅਦ ਵਿਦਿਆਰਥੀ ਉਹਨਾਂ ਇੰਸਟੀਚਿਊਟਸ ਦੇ ਵਿੱਚ ਜਾਂ ਉਹਨਾਂ ਫਰਮ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਨੇ। ਓਕੇ, ਹਾਂਜੀ, ਮਤਲਬ ਬਕਾਇਦਾ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ ਕੰਮ ਕਰਾਉਣ ਦੀ ਵੀ, ਮਤਲਬ ਡਿਊਰਿੰਗ ਦਾ ਕੋਰਸ ਕਰਵਾਈ ਜਾਂਦੀ ਹੈ। ਡਿਊਰਿੰਗ ਦਾ ਕੋਰਸ ਇਹ ਟ੍ਰੇਨਿੰਗ ਜਿਹੜੀ ਹੈਗੀ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ। ਤਾਂ ਇਹ ਤਾਂ ਫਾਇਦਾ ਉਹਨਾਂ ਵਾਸਤੇ ਨੇ ਜਿਹੜਾ +2 ਤੋਂ ਬਾਅਦ ਅੱਗੇ ਪੜ੍ਹਾਈ ਨਹੀਂ ਕਰਦੇ। ਪਰ ਜਿਹੜੇ ਬੱਚੇ ਅੱਗੇ +2 ਤੋਂ ਬਾਅਦ ਪੜ੍ਹਾਈ ਕਰਨਾ ਚਾਹੁੰਦੇ ਨਹੀਂ, ਤਾਂ ਉਸ ਵਿੱਚ ਜਿਵੇਂ ਕਿ ਆਪਣੇ ਕੋਲ ਸਲਾਈਡ ਦਿਖਾਈ ਹੋਈ ਹੈ ਕਿ ਪਹਿਲਾ ਪੁਆਇੰਟ ਹੈ ਕਿ ਕਿਸੇ ਵੀ ਇੰਜੀਨੀਅਰ ਡਿਪਲੋਮੇ ਵਿੱਚ ਸਿੱਧੇ ਹੀ ਦੂਜੇ ਸਾਲ ਵਿੱਚ ਐਡਮਿਸ਼ਨ ਵਿਦਿਆਰਥੀ ਲੈ ਸਕਦਾ ਹੈ। ਉਹਨੂੰ ਪਹਿਲਾ ਸਾਲ 'ਚ ਐਡਮਿਸ਼ਨ ਲੈਣ ਦੀ ਲੋੜ ਨਹੀਂ, ਮਤਲਬ ਪਹਿਲਾ ਸਾਲ ਉਹਦਾ ਐਗਜ਼ਾਮਟ ਹੋ ਜਾਏਗਾ, ਕਿਉਂਕਿ ਉਹਨੇ ਵੋਕੇਸ਼ਨਲ ਕੋਰਸ ਕੀਤਾ ਹੋਇਆ। ਇਹ ਉਹਦਾ ਬੈਨੀਫਿਟ ਹੈ, ਉਹਦਾ ਇਹ ਬੈਨੀਫਿਟ ਮਿਲ ਗਿਆ ਉਸ ਨੂੰ ਵੋਕੇਸ਼ਨ ਕੋਰਸ ਕਰਨ ਦਾ, ਕਿਉਂਕਿ ਉਹਨੇ ਆਲਰੇਡੀ ਬੇਸਿਕ ਚੀਜ਼ਾਂ ਤਾਂ ਸਿੱਖ ਲਈਆਂ ਨਾ, ਬੇਸਿਕ ਚੀਜ਼ਾਂ ਸਿੱਖ ਲਈਆਂ ਤਾਂ ਨੈਚੁਰਲੀ ਅੰਡਰਸਟੂਡ ਹੈ ਕਿ ਉਹਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਗਿਆ। ਹਾਂਜੀ, ਉਹ ਸਿੱਧਾ ਹੀ ਜਿਹੜਾ ਹੈਗਾ ਦੂਸਰੇ ਸਾਲ ਦੇ ਵਿੱਚ ਦਾਖਲਾ ਉਹਨੂੰ ਮਿਲ ਜਾਂਦਾ। ਬਹੁਤ ਵਧੀਆ ਗੱਲ ਹੈ ਫਿਰ ਤਾਂ। ਜਿਵੇਂ ਕਿ ਬਿਲਕੁਲ ਸਰ, ਡਿਪਲੋਮਾ ਹੈ ਉਸ ਵਿੱਚ ਇੰਜੀਨੀਅਰਿੰਗ ਦੇ ਵਿੱਚ ਉਹ 3 ਸਾਲ ਦਾ ਡਿਪਲੋਮਾ ਹੈ ਜੀ, ਤਾਂ ਉਹ ਵਿਦਿਆਰਥੀ ਸਿੱਧਾ ਦੂਸਰੇ ਸਾਲ 'ਚ ਐਡਮਿਸ਼ਨ ਲੈ ਸਕਦਾ ਹੈ। ਇਸੇ ਤਰ੍ਹਾਂ BTech ਹੈ, ਉਹ 4 ਸਾਲ ਦੀ ਹੈ, ਬੱਚਾ ਸਿੱਧਾ ਹੀ ਦੂਸਰੇ ਸਾਲ 'ਚ ਐਡਮਿਸ਼ਨ ਲੈ ਸਕਦਾ, ਉਹਨੂੰ ਪਹਿਲੇ ਸਾਲ 'ਚ ਐਡਮਿਸ਼ਨ ਲੈਣ ਦੀ ਲੋੜ ਨਹੀਂ। 1 ਸਾਲ ਦਾ ਉਹਨੂੰ ਬੈਨੀਫਿਟ ਹੋ ਗਿਆ, 1 ਸਾਲ ਉਹਦਾ ਬਚ ਜਾਂਦਾ ਹੈ ਕਰਨ ਨਾਲ, ਵੋਕੇਸ਼ਨਲ ਕੋਰਸ ਕਰਨ ਨਾਲ। ਹਾਂਜੀ। ਤੇ ਹੁਣ ਦੂਸਰਾ ਪੁਆਇੰਟ ਹੈਗਾ ਆਪਣੇ ਕੋਲ 10% ਸੀਟ ਜਿਹੜੀ ਹੈ ਰਿਜ਼ਰਵ ਨੇ ਡਾਈਟ ਵਿੱਚ, ਜਿਹਦੇ ਵਿੱਚ ਬੱਚਾ ETT ਦਾ ਕੋਰਸ ਕਰ ਸਕਦਾ ਹੈ। ਬਹੁਤ ਹੀ ਘੱਟ ਵਿਦਿਆਰਥੀਆਂ ਨੂੰ ਪਤਾ ਹੈ ਕਿ ETT ਕੋਰਸ ਵੋਕੇਸ਼ਨਲ ਵਾਲੇ ਬੱਚੇ ਕਰ ਸਕਦੇ ਨੇ। ਹਾਂ ਬਿਲਕੁਲ, ਇਸ ਚੀਜ਼ ਦਾ ਬੜਿਆਂ ਨੂੰ ਡਾਊਟ ਹੈ ਵੀ ਜਿਹੜੇ ਵੋਕੇਸ਼ਨਲ ਵਾਲੇ ਕੋਰਸ ਨੇ ਜਿਨ੍ਹਾਂ ਨੇ ਕੀਤਾ ਹੈਗਾ, ਕਿਆ ਉਹ ਜਿਹੜੇ ਆਮ ETT ਵਾਲੇ ਕੋਰਸ ਹੈ ਜਾਂ ਕੋਈ ਹੋਰ ਆਰਮੀ ਦੀ ਭਰਤੀ ਹੈ ਜਾਂ ਕੋਈ ਹੋਰ ਜਨਰਲ ਸਟੱਡੀਜ਼ ਹੈ ਉਧਰ ਜਾ ਸਕਦੇ ਨੇਗੇ? ਆਰਮੀ ਦੀ ਸਟੱਡੀ ਦੇ ਵਿੱਚ ਸਰਕਾਰ ਨੇ ਇਹ ਕਿਹਾ ਹੋਇਆ ਕਿ ਜਿਹੜੇ ਵੋਕੇਸ਼ਨ ਵਾਲੇ ਵਿਦਿਆਰਥੀ ਹੈ ਉਹ ਹਜੇ ਨਹੀਂ ਆ ਸਕਦੇ ਹੈਗੇ। ਪਰ ਜੇ ਆਪਾਂ ਡਾਈਟ ਦੀ ਗੱਲ ਕਰੀਏ, ਜਿਹੜਾ ਕਿ 2 ਸਾਲ ਦਾ ਕੋਰਸ ਹੈ, ਇਹ ਵੀ ਇੱਕ ਇਸ ਵਿੱਚ ਕਿਹਾ ਹੈ ਕਿ ਇਹ ਕਰਨ ਤੋਂ ਬਾਅਦ, ਡਾਈਟ ਵਿੱਚ ETT ਕਰਨ ਤੋਂ ਬਾਅਦ ਵਿਦਿਆਰਥੀ ਸਿੱਧਾ ਹੀ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਜਾਂ ਸਰਕਾਰੀ ਜਦ ਨੌਕਰੀ ਨਿਕਲਦੀ ਹੈ ਪ੍ਰਾਈਵੇਟ ਸਕੂਲ ਦੇ ਵਿੱਚ, ਉਹਦੇ ਲਈ ਐਲੀਜੀਬਲ ਹੋ ਜਾਂਦਾ ਹੈ। ਬਿਲਕੁਲ, ਸਰਕਾਰੀ ਨੌਕਰੀਆਂ ਨਿਕਲਦੀਆਂ ਰਹਿੰਦੀਆਂ ਨੇ ਔਰ ETT ਜਿਨ੍ਹਾਂ ਨੇ ਕੀਤੀ ਹੁੰਦੀ ਹੈ ਆਮ ਤੌਰ ਤੇ ਉਹ ਬੱਚੇ ਜਿਹੜੇ ਹੈਗੇ ਨੇ ਸਿਲੈਕਟ ਹੋ ਜਾਂਦੇ ਨੇ। ਹਾਂਜੀ, ਸਿਲੈਕਟ ਹੋ ਜਾਂਦੇ ਨੇ। ਹਾਂ, ਕਈਆਂ ਦਾ ਤਾਂ ਇਹ ਵੀ ਮੈਨੂੰ ਪਤਾ ਹੈਗਾ ਕਿ ਉਹਨਾਂ ਨੇ B.Ed ਕਰਕੇ ਮਗਰੋਂ ਫਿਰ ETT ਕੀਤੀ। ਹਾਂਜੀ, ਕਿਉਂਕਿ ਇਹਨਾਂ ਨੂੰ ਜਲਦੀ ਸਿਲੈਕਸ਼ਨ ਮਿਲ ਜਾਂਦੀ ਹੈ। ਬਹੁਤਿਆਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ, ਪਹਿਲਾਂ B.Ed ਕਰਕੇ ਫਿਰ ਕਈ ETT ਕਰਨ ਜਾਂਦੇ ਨੇ। ਸੋ ਇਹਦੇ ਵਿੱਚ ਤਾਂ ਵੋਕੇਸ਼ਨਲ ਕੋਰਸ ਵਾਲਿਆਂ ਨੂੰ ਤਾਂ ਜ਼ਿਆਦਾ ਫਾਇਦਾ ਹੈਗਾ ਸਗੋਂ ਜੀ, ਕਿ ਉਹ ਉਸ ਤੋਂ ਬਾਅਦ +2 ਤੋਂ ਬਾਅਦ ਸਿੱਧਾ ETT ਵਿੱਚ ਦਾਖਲਾ ਲੈਣ, 2 ਸਾਲ ਦਾ ਆਪਣਾ ETT ਦਾ ਕੋਰਸ ਕਰਨ ਔਰ ਉਸ ਤੋਂ ਬਾਅਦ ਸਿੱਧਾ ਟੀਚਰ ਬਣ ਕੇ ਜਦ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਉਦੋਂ ਤੱਕ ਉਹਦੇ ਵਿੱਚ ਅਪਲਾਈ ਕਰ ਦੇਣ, ਉਹਨਾਂ ਚਿਰ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਕੰਮ ਕਰ ਲੈਣ। ਠੀਕ ਹੈ। ਹਾਂ, ਨਹੀਂ ਤਾਂ ਫਿਰ ਘੱਟ ਤੋਂ ਘੱਟ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜ੍ਹਾਉਣ ਦਾ ਕੰਮ ਜਾਂ ਹੋਰ ਟਿਊਸ਼ਨ ਕਰਨ ਦਾ ਕੰਮ ਉਹ ਤਾਂ ਕਰ ਹੀ ਸਕਦੇ ਨੇ, ਉਹਨਾਂ ਦਾ ਕੰਮ ਚੱਲ ਹੀ ਸਕਦਾ ਹੈ। ਹਾਂਜੀ। ਇਸ ਤੋਂ ਇਲਾਵਾ ਜਿਵੇਂ ਕਿ ਦੂਸਰੇ ਵਿਦਿਆਰਥੀ ਹੈ +2 ਆਰਟਸ ਜਾਂ ਕਾਮਰਸ ਕਰਨ ਤੋਂ ਬਾਅਦ BA BCom BBA ਕਰਦੇ ਨੇ, ਤਾਂ ਵੋਕੇਸ਼ਨ ਵਾਲੇ ਵਿਦਿਆਰਥੀ ਵੀ BCom ਵੀ ਕਰ ਸਕਦੇ ਨੇ, BBA ਵੀ ਕਰ ਸਕਦੇ ਨੇ ਜੀ, ਤੇ BA ਵੀ ਕਰ ਸਕਦੇ ਨੇ, BVOC ਵੀ ਕਰ ਸਕਦੇ, ਬੈਚਲਰ ਇਨ ਵੋਕੇਸ਼ਨ। ਇਹ ਡਿਗਰੀ ਕੋਰਸ ਦਾ ਐਡਮਿਸ਼ਨ ਹੋ ਸਕਦਾ ਹੈ। ਇਹ ਵੀ ਬਹੁਤ ਸਾਰੇ ਬੱਚਿਆਂ ਨੂੰ ਵੈਸੇ ਡਾਊਟ ਰਹਿੰਦਾ ਹੈਗਾ ਕਿ ਕਿਆ ਅਸੀਂ ਜਿਹੜੀ ਜੇ ਮੰਨ ਲਓ ਵੋਕੇਸ਼ਨਲ ਕੋਰਸ ਲੈ ਲੈਣੇ ਆ 12ਵੀਂ ਤੱਕ, ਅਸੀਂ +2 ਤੱਕ ਉਹ ਕਰਦੇ ਆ, ਤਾਂ ਉਸ ਤੋਂ ਬਾਅਦ ਜੇ ਅਸੀਂ ਨਾਰਮਲ ਡਿਗਰੀ ਕਰਨਾ ਚਾਹੀਏ ਜਿਵੇਂ ਬਾਕੀ ਬੱਚੇ ਕਰਦੇ ਨੇ ਤਾਂ ਉਹ ਕਰ ਸਕਦੇ ਨੇ। ਹਾਂ, ਕਰ ਸਕਦੇ ਨੇ। ਮਤਲਬ ਉਸ ਚੀਜ਼ ਦਾ ਕੋਈ, ਦੇਖੋ ਵਿਦਿਆਰਥੀਓ, ਕਿਸੇ ਤਰ੍ਹਾਂ ਦਾ ਵੀ ਉਸ ਚੀਜ਼ ਦੀ ਕੋਈ ਝਿਜਕ ਨਹੀਂ ਤੁਹਾਡੇ ਮਨ 'ਚ ਹੋਣੀ ਚਾਹੀਦੀ, ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਤੁਸੀਂ ਬਿਲਕੁਲ ਉਸੇ ਤਰ੍ਹਾਂ ਹੀ ਐਲੀਜੀਬਲ ਹੋ ਜਿਵੇਂ ਬਾਕੀ ਬੱਚੇ ਜਿਹੜੇ +2 ਕਰਕੇ ਜਾਂਦੇ ਨੇਗੇ। ਜਿਸ ਤਰ੍ਹਾਂ ਉਹ ਐਲੀਜੀਬਲ ਹੈ ਉਹਨਾਂ ਕੋਰਸਾਂ ਲਈ ਤੁਸੀਂ ਵੀ ਐਲੀਜੀਬਲ ਹੋ। BCom ਲਈ ਵੀ ਅਵੇਲੇਬਲ ਹੋ, ਉਹਦੇ ਲਈ ਵੀ BBA ਲਈ, BA ਲਈ, BVOC ਲਈ। ਉਹ BVOC ਸਗੋਂ ਤੁਹਾਡੀ ਇੱਕ ਸਪੈਸ਼ਲ ਫੈਸਿਲਿਟੀ ਹੈ ਜਿਹੜੀ ਤੁਹਾਨੂੰ ਮਿਲਣੀ ਹੈ, ਜਿਹੜੀ ਉਹਨਾਂ ਨੂੰ ਨਹੀਂ ਮਿਲਣੀ ਹੈ। ਠੀਕ ਹੈ। ਔਰ ਤੁਹਾਡੇ ਕੋਲ ਕਿਉਂਕਿ ਵੋਕੇਸ਼ਨਲ ਕੋਰਸ ਕੀਤਾ ਹੈ,
ਤਾਂ ਤੁਹਾਡੇ ਕੋਲ ਹਰ ਵੇਲੇ ਇੱਕ ਫੈਸਿਲਿਟੀ ਤਾਂ ਹੈਗੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਜਦੋਂ ਮਰਜ਼ੀ ਸ਼ੁਰੂ ਕਰ ਲਓ ਹਾਂਜੀ, ਤਾਂ ਕਿ ਆ ਤੁਹਾਡੀ ਆਪਣੀ ਫਾਈਨੈਂਸ਼ੀਅਲ ਮਦਦ ਹੋ ਜਾਏ। ਹਾਂਜੀ ਬਿਲਕੁਲ ਸਰ, ਮੇਰੇ ਕੋਲ ਵੀ ਵਿਦਿਆਰਥੀ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀਗੇ, ਤਾਂ ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ, ਕਹਿੰਦਾ ਮੇਰਾ ਪਲੰਬਿੰਗ ਵਿੱਚ ਬਹੁਤ ਇੰਟਰਸਟ ਹੈ। ਐਕਚੁਅਲੀ ਕੀ ਹੋਇਆ ਸੀ, ਮੇਰੀ ਲੈਬ ਦੇ ਵਿੱਚ ਟੈਪ ਖਰਾਬ ਹੋ ਗਈ। ਮੈਂ ਉਹਨੂੰ ਕਿਹਾ ਬੇਟਾ ਪਤਾ ਕਰੋ ਕੋਈ ਪਲੰਬਰ ਹੈਗਾ। ਤਾਂ ਉਹ ਬੱਚਾ ਕਹਿੰਦਾ ਮੈਮ ਮੈਂ ਕਰ ਸਕਦਾ। ਬਾਹਰੋਂ ਕਿਉਂ ਲੈ ਕੇ ਆਣਾ, ਮੈਂ ਕਰ ਸਕਦਾ, ਮੈਂ ਆਪਣੇ ਚਾਚੇ ਨਾਲ ਜਾਂਦਾ ਹੁੰਦਾ ਮੈਡਮ। ਮੈਂ ਕਿਹਾ ਅੱਛਾ ਵੈਰੀ ਗੁੱਡ, ਮੈਂ ਕਿਹਾ ਤੂੰ ਕੱਲ ਨੂੰ ਫਿਰ ਠੀਕ ਹੈ ਕਰੀ ਇਹਨੂੰ। ਔਰ ਉਹ ਖੈਰ ਲੈ ਕੇ ਆਇਆ ਰੈਂਚ ਵਗੈਰਾ, ਔਰ ਉਹਨੇ ਸਰ ਮਤਲਬ ਕੀਤੀ ਟੈਪ ਠੀਕ ਉਹਨੇ ਮੇਰੀ, ਔਰ ਮੈਂ ਵਾਕਈ ਮੈਨੂੰ ਬੜੀ ਇੰਪ੍ਰੈਸ ਹੋਈ। ਔਰ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਤੂੰ ਇੰਜ ਕਰੀ ਵੀ ਇਹ ਜਿਹੜੀ 10th ਕਰਕੇ ਇਸ ਤੋਂ ਬਾਅਦ ਤੂੰ ਆਪਣਾ ਪਲੰਬਰ ਵਗੈਰਾ ਦਾ ਕੋਰਸ ਕਰ ਲੈ, ਵੋਕੇਸ਼ਨਲ ਕੋਰਸ ਇਹਦਾ ਵੀ ਹੈਗਾ, ਪਲੰਬਰ ਦਾ ਕੋਰਸ ਕਰ ਲੈ ਤੂੰ ਇਹਦਾ, ਠੀਕ ਹੈ। ਉਸ ਤੋਂ ਬਾਅਦ ਫਿਰ ਬੇਸ਼ੱਕ ਹਾਇਰ ਸਟੱਡੀ ਕਰ ਲਈ, ਜੇ ਤੇਰਾ ਦਿਲ ਕਰੂਗਾ 2 ਸਾਲ, ਨਾਲੇ ਤੂੰ ਫਿਰ ਕਾਰੋਬਾਰ ਕਰਨ ਦੇ ਯੋਗ ਹੋ ਜਾਏਗਾ। ਕਾਰੋਬਾਰ ਕਰ ਸਕਦੇ ਹੋ ਤੁਸੀਂ ਆਪਣਾ, ਨਾਲ ਦੀ ਨਾਲ ਫਿਰ ਕਾਰੋਬਾਰ ਕਰੀ ਜਾਈ, ਨਾਲੇ ਆਪਣੀ ਜਿਹੜੀ ਹਾਇਰ ਸਟੱਡੀ ਕਰਨੀ ਉਹ ਕਰ ਲਈ। ਔਰ ਉਹਨਾਂ ਨੇ ਉਹੀ ਕੀਤਾ। ਉਹਦੀ ਮਦਰ ਨੇ ਮੈਨੂੰ ਪਿੱਛੇ ਜੇ ਦੱਸਿਆ, ਔਰ ਬੜੀ ਖੁਸ਼ੀ ਹੋਈ ਮੈਨੂੰ, ਮਤਲਬ ਜਦੋਂ ਉਹਨਾਂ ਨੇ ਦੱਸਿਆ ਕਿ ਮੈਡਮ ਅਸੀਂ ਤੁਹਾਡੀ ਮੰਨ ਲਈ ਜੀ, ਅਸੀਂ ਉਹਨੂੰ ਪ੍ਰੋਫੈਸ਼ਨਲ ਕੋਰਸ ਉਹਦੇ ਪੋਲੀਟੈਕਨਿਕ ਕਾਲਜ ਪਾ ਦਿੱਤਾ ਰਾਣਵਾ ਦੇ ਵਿੱਚ, ਤੇ ਉੱਥੇ ਉਹਨੂੰ ਖੈਰ ਉਹ ਮਤਲਬ ਉਸ ਕੋਰਸ ਵਿੱਚ ਸੀਟ ਮਿਲ ਗਈ ਉਹਨੂੰ। ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਹਾਂ ਬਿਲਕੁਲ ਸਾਰੀ ਉਮਰ ਪਈ ਹੈ ਹਲੇ ਸਟੱਡੀ, ਉਸ ਤੋਂ ਬਾਅਦ ਵੀ ਕਰ ਸਕਦੇ ਹਾਂ। ਔਰ ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਤਾਂ ਕੋਈ ਉਹਦੀ ਵੀ ਲਿਮਿਟ ਨਹੀਂ ਹੈ, ਏਜ ਲਿਮਿਟ ਨਹੀਂ ਹੈ, ਤੁਸੀਂ ਜਦੋਂ ਮਰਜ਼ੀ ਪੜ੍ਹ ਸਕਦੇ ਹੋ, ਜਦੋਂ ਮਰਜ਼ੀ ਪੜ੍ਹ ਸਕਦੇ ਹੋ। ਬਿਲਕੁਲ, ਇਹ ਇੱਕ ਬਹੁਤ ਵੱਡਾ ਫਾਇਦਾ ਹੈ ਬੇਟਾ। ਦੇਖੋ ਵੋਕੇਸ਼ਨਲ ਕੋਰਸ ਕਰਨ ਵਾਲਿਆਂ ਨੂੰ ਹੀ ਇਹ ਫਾਇਦਾ ਮਿਲਦਾ ਹੈ ਕਿ ਉਹ ਜਿਹੜਾ ਹੈਗਾ ਆਪਣਾ ਕਾਰੋਬਾਰ ਨਾਲ ਕਰਕੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟੇਬਲ ਕਰ ਸਕਦੇ ਨੇ। ਨਾਲੇ ਤੁਹਾਡੇ ਹੱਥ 'ਚ ਇੱਕ ਕਾਰੋਬਾਰ ਤਾਂ ਹੋ ਗਿਆ, ਤੁਸੀਂ ਉਸ ਤੋਂ ਬਾਅਦ ਹੋਰ ਜਿਹੜੇ ਮਰਜ਼ੀ ਕੋਰਸ ਕਰੀ ਜਾਓ, ਜਿੰਨੀ ਮਰਜ਼ੀ ਪੜ੍ਹਾਈਆਂ ਕਰ ਲਓ, ਜੋ ਮਰਜ਼ੀ ਕਰ ਲਓ, ਇੱਕ ਚੀਜ਼ ਤੁਹਾਡੇ ਹੱਥ ਵਿੱਚ ਆ ਗਈ, ਨਾਲ ਕਾਰੋਬਾਰ ਕਰਕੇ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਵੀ ਸਟੇਬਲ ਕਰ ਸਕਦੇ ਹੋ, ਪੈਸੇ ਦੀ ਵੀ ਮਦਦ ਹੋ ਜਾਂਦੀ ਹੈ, ਪਲੱਸ ਤੁਹਾਨੂੰ ਇੱਕ ਕੌਨਫੀਡੈਂਸ ਹੋ ਜਾਂਦਾ ਹੈ ਕਿ ਚਲੋ ਜੇ ਦੂਸਰਾ ਅਗਰ ਸਟੱਡੀਜ਼ ਵਿੱਚ ਮੈਂ ਨਹੀਂ ਵੀ ਕਰ ਸਕੂੰਗਾ ਤਾਂ ਆਹ ਕਾਰੋਬਾਰ ਤਾਂ ਮੇਰੇ ਹੱਥ ਵਿੱਚ ਹੈ ਹੀ ਹੈ। ਠੀਕ ਹੈ ਨਾ, ਉਹਦੇ ਵਿੱਚ ਤਾਂ ਕਾਮਯਾਬ ਹੈਗਾ ਹੀ ਹੈ। ਬਿਲਕੁਲ ਸਰ, ਬਹੁਤ ਫਾਇਦੇ ਨੇ। ਹੋਰ ਵੀ ਸਰ ਕੋਈ ਫਾਇਦਾ ਹੈ ਜੀ? ਹਾਂਜੀ ਮੈਮ, ਮੈਂ ਦੱਸਦਾ ਜੀ, ਜਿਵੇਂ ਕਿ ਜੇ ਕਿਸੇ ਅਲੱਗ-ਅਲੱਗ ਬੱਚੇ ਦੀ ਅਲੱਗ-ਅਲੱਗ ਰੁਚੀ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਲੰਬਰ, ਉਹਨੂੰ ਪਲੰਬਿੰਗ ਦਾ ਸ਼ੌਂਕ ਹੈ, ਉਸਨੇ ਉਹਨੂੰ ਹੀ ਪ੍ਰੋਫੈਸ਼ਨ ਬਣਾ ਲਿਆ। ਬਿਲਕੁਲ ਠੀਕ ਹੈ ਨਾ, ਤਾਂ ਉਹ ਕਦੇ ਉਸ ਕੰਮ 'ਚ ਬੋਰ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇ ਕੋਈ ਵਿਦਿਆਰਥੀ ਹੈ, ਉਸਨੂੰ ਜਿਵੇਂ ਉਹ ਮੇਕਅਪ ਕਰਨ ਦਾ, ਜਿਵੇਂ ਲੜਕੀਆਂ ਨੂੰ ਸ਼ੌਂਕ ਹੁੰਦਾ ਹੈ ਜੀ, ਕੁੜੀਆਂ ਨੂੰ ਵੀ ਕੀਤਾ ਬਣਾ ਸਕਦੇ ਨੇ ਜੀ। ਆਪਣੇ ਵੋਕੇਸ਼ਨਲ ਦਾ ਬਿਊਟੀ ਐਂਡ ਵੈਲਨੈਸ ਦਾ ਯੂਨੀਵਰਸਿਟੀ ਦਾ ਕੋਰਸ ਚੱਲਦਾ ਹੈ। ਅੱਜ ਕੱਲ ਤਾਂ ਬਿਊਟੀ ਪਾਰਲਰ ਵਗੈਰਾ ਦੇ ਖਰਚੇ ਹੀ ਬਹੁਤ ਜ਼ਿਆਦਾ ਨੇ, ਜੇ ਵਿਆਹਾਂ ਵਗੈਰਾ ਦੇ ਸ਼ਾਦੀਆਂ ਦੇ ਦੇਖੋ, ਖਾਸ ਕਰ ਜਿਹੜੀ ਚੀਜ਼ ਦੀ ਤਾਂ ਵਿਆਹ ਸ਼ਾਦੀਆਂ 'ਚ ਡਿਮਾਂਡ ਹੈ ਨਾ, ਉਹਦੀ ਤਾਂ ਚੰਗੀ ਇਨਕਮ ਹੁੰਦੀ ਹੈ, ਬੱਚੇ ਬਹੁਤ ਆਮਦਨ ਕਰਦੇ ਨੇ ਬਿਊਟੀ ਪਾਰਲਰ ਵਾਲਿਆਂ ਦੀ ਔਰ ਬੁਟੀਕ ਵਾਲਿਆਂ ਦੀ। ਆਹ 2 ਕੋਰਸਿਸ ਤਾਂ ਮੈਂ ਕੁੜੀਆਂ ਦੇ ਦੇਖੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬਹੁਤ ਵਧੀਆ ਆਮਦਨ ਹੁੰਦੀ ਹੈ, ਬਿਊਟੀ ਪਾਰਲਰ ਦੀ ਔਰ ਇੱਕ ਬੁਟੀਕ ਦੀ। ਇਹ ਕੁੜੀਆਂ ਦੇ ਲਈ ਤਾਂ ਮੇਰੇ ਖਿਆਲ 'ਚ ਵੋਕੇਸ਼ਨਲ ਕੋਰਸ ਬਹੁਤ ਵਧੀਆ ਨੇ ਜਿਹੜੇ ਉਹਨਾਂ ਨੂੰ, ਔਰ ਈਵਨ ਇਸੇ ਤਰ੍ਹਾਂ ਮੁੰਡਿਆਂ ਦੇ ਵੀ ਮੈਂ ਦੇਖਦੀ ਹਾਂ ਸਰ, ਇਲੈਕਟ੍ਰੀਸ਼ੀਅਨ ਹੈ ਜੀ, ਪਲੰਬਰ ਹੈ, ਕਿਹੜੇ ਘਰ 'ਚ ਨਹੀਂ ਚਾਹੀਦਾ। ਅੱਜ ਹਰ ਭਾਵੇਂ ਸਾਡੇ ਘਰ ਬਣ ਵੀ ਗਏ ਨੇ, ਜਿੱਥੇ ਤਾਂ ਚਲੋ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ, ਕੋਠੀਆਂ ਬਣ ਰਹੀਆਂ ਨੇ, ਕੰਸਟਰਕਸ਼ਨ ਦਾ ਵੀ ਕੋਰਸ ਚੱਲਦਾ ਪਿਆ ਜੀ, ਕੰਸਟਰਕਸ਼ਨ ਦੇ ਉਹ ਚੱਲ ਰਹੇ ਨੇਗੇ। ਵੋਕੇਸ਼ਨਲ ਦੇ ਕੋਰਸ ਚੱਲ ਰਹੇ ਨੇ, ਕੰਸਟਰਕਸ਼ਨ ਦਾ ਵੀ ਸਪੈਸ਼ਲ ਕੋਰਸ ਹੈਗਾ ਜੀ। ਸਾਡੀ ਗੋਬਿੰਦਗੜ੍ਹ ਵੀ ਹੈ ਜੀ, ਆਪਣੇ ਕੋਲ ਖਾਲਸਾ ਸਕੂਲ ਬੋਲਦੇ ਆ ਜੀ, ਸੀਨੀਅਰ ਸੈਕੰਡਰੀ ਸਕੂਲ ਬॉयਜ਼ ਹੈ, ਉੱਥੇ ਕੰਸਟਰਕਸ਼ਨ ਦਾ ਕੋਰਸ ਚੱਲ ਰਿਹਾ ਹੈ, ਬੱਚੇ ਉਹ 'ਚ ਐਡਮਿਸ਼ਨ ਲੈ ਰਹੇ ਨੇ। ਇਹਦੇ ਨਾਲ ਕੀ ਹੋਏਗਾ ਕਿ ਉਹਨਾਂ ਨੂੰ ਪਤਾ ਲੱਗੇਗਾ ਵੀ ਕੰਮ ਕਿਸ ਤਰ੍ਹਾਂ ਕਰਨਾ ਹੈ ਤੇ ਕਿਸ ਤਰ੍ਹਾਂ ਘਰ ਬਣਾਉਣਾ ਚਾਹੀਦਾ ਹੈ। ਠੀਕ ਹੈ, ਉਹਦੇ ਵਿੱਚ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਵਾਸਤੂ ਸ਼ਾਸਤਰ ਵੀ ਦੇਖਦੇ ਨੇ, ਤੇ ਉਸ ਤੋਂ ਬਾਅਦ ਵੀ ਲੋ ਕੋਸਟ ਦੇ ਵਿੱਚ ਘਰ ਨੂੰ ਕਿੰਨਾ ਵਧੀਆ ਬਣਾਇਆ ਜਾ ਸਕਦਾ। ਬਿਲਕੁਲ ਇਹ ਤਾਂ ਕੋਰਸ ਕਰਕੇ ਹੀ ਪਤਾ ਲੱਗਦਾ। ਹਾਂ ਸਹੀ ਗੱਲ ਹੈ ਸਰ, ਕੋਰਸ ਕਰਕੇ ਹੀ ਇਹ ਚੀਜ਼ਾਂ ਦੀ ਜਾਣਕਾਰੀ ਤਾਂ ਹੀ ਹੁੰਦੀ ਹੈ ਜਦੋਂ ਆਪਾਂ ਸਪੈਸ਼ਲ ਉਸ ਚੀਜ਼ ਦੇ ਬਾਰੇ ਕੋਰਸ ਕਰਦੇ ਹਾਂ। ਸੋ ਇਹੋ ਜਿਹੇ ਕੋਰਸ ਕਰਨ ਦਾ ਬਸ ਬੈਨੀਫਿਟ ਬੇਟਾ ਇਹੀ ਹੁੰਦਾ ਕਿ ਤੁਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਇਮੀਡੀਏਟਲੀ ਸਟੇਬਲ ਕਰ ਲੈਂਦੇ ਹੋ, ਤੁਸੀਂ ਫੋਕਸਡ ਹੁੰਦੇ ਹੋ ਕਿ ਮੇਰਾ ਇੰਟਰਸਟ ਕਿਹੜੇ ਪਾਸੇ ਨੂੰ ਹੈ ਤੇ ਕਿਹੜੇ ਪਾਸੇ ਨੂੰ ਮੈਂ ਕੋਰਸ ਕਰਨਾ ਹੈ, ਬਜਾਏ ਇਸ ਦੇ ਕਿ ਬਲਾਈਂਡਲੀ ਅਸੀਂ ਤੁਰੇ ਜਾ ਰਹੇ ਹਾਂ ਜੀ, ਹਾਂਜੀ ਅਸੀਂ ਆਹ ਸਟਰੀਮ ਲੈ ਲਈ, ਅਸੀਂ ਉਹ ਸਟਰੀਮ ਲੈ ਲਈ, ਸਾਨੂੰ ਪਤਾ ਹੈ ਨਹੀਂ ਕਿ ਅੱਗੇ ਅਸੀਂ ਕੀ ਕਰਾਂਗੇ। ਜੇ ਕਈ ਵਿਦਿਆਰਥੀਆਂ ਤੋਂ ਮੈਂ ਪੁੱਛਦੀ ਹਾਂ ਸਰ ਵੀ ਤੁਸੀਂ ਮੈਨੂੰ, ਠੀਕ ਹੈ ਜੇ ਪੁੱਛਦੇ ਹਾਂ ਵੀ ਬੇਟਾ ਤੁਸੀਂ ਕਿਹੜੀ ਸਟਰੀਮ ਲਈ ਹੈ, ਮੈਮ ਮੈਂ ਆਰਟ ਸਟਰੀਮ ਲਈ ਹੈ, ਤੇ ਉਸ ਤੋਂ ਬਾਅਦ ਕੀ ਕਰਨਾ ਹੈ, ਮੈਮ ਹਲੇ ਸੋਚਿਆ ਨਹੀਂ। ਵੀ ਕਿਉਂ ਨਹੀਂ ਸੋਚਿਆ? ਇਹ ਤਾਂ ਬੇਟਾ ਤੁਹਾਨੂੰ 9ਵੀਂ ਤੋਂ ਹੀ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਕਿ ਅਸੀਂ ਕੀ ਕਰਨਾ ਹੈਗਾ, ਕਿਹੜੀ ਸਟਰੀਮ ਦੇ ਵਿੱਚ ਜਾਣਾ ਹੈ, ਔਰ ਉਹ ਸਟਰੀਮ ਵੀ ਚੂਜ਼ ਕਰਨ ਦਾ ਕੋਈ ਕਾਰਨ ਹੋਣਾ ਚਾਹੀਦਾ। ਪਹਿਲਾਂ ਤੁਸੀਂ ਆਪਣਾ ਇੰਟਰਸਟ ਦੇਖੋ, ਆਪਣਾ ਟੈਲੈਂਟ ਦੇਖੋ, ਤਾਂ ਤੁਸੀਂ ਉਸ ਸਟਰੀਮ ਦੇ ਵਿੱਚ ਜਾਓ। ਇਹ ਨਹੀਂ ਕਿ ਕਿਉਂਕਿ ਮੇਰੀ ਸਹੇਲੀ ਨੇ ਲੈ ਲਈ, ਇਹ ਵੀ ਹੁੰਦਾ ਜੀ ਅਕਸਰ ਵੀ ਮੇਰੇ 4 ਗਵਾਂਢੀ ਨੇ ਜੀ, ਉਹ ਸਹੇਲੀਆਂ ਨੇ ਆਰਟਸ ਲੈ ਲਈ ਜੀ, ਤਾਂ ਮੈਂ ਵੀ ਆਰਟਸ ਲੈਣੀ ਹੈ। ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਟੈਲੈਂਟ ਦੇਖੋ, ਤੁਹਾਡੇ 'ਚ ਉਹਨਾਂ ਨਾਲੋਂ ਹਰ ਕੋਈ ਵੱਖਰੇ, ਹਰ ਕਿਸੇ ਜਿਹੜਾ ਵਿਦਿਆਰਥੀ ਹੈ ਰੱਬ ਨੇ ਉਹਨੂੰ ਵਿਲੱਖਣ ਸਮਰੱਥਾ ਦਿੱਤੀ ਹੋਈ ਹੈ, ਬਿਲਕੁਲ ਅਲੱਗ ਹੈ।
ਤੁਸੀਂ ਉਹਨੇ ਜੇ ਉਹ ਆਰਟਸ ਚੰਗਾ ਕਰ ਸਕਦਾ ਤਾਂ ਮਤਲਬ ਇਹ ਨਹੀਂ ਤੁਸੀਂ ਆਰਟਸ, ਤੁਸੀਂ ਜੇ ਵੋਕੇਸ਼ਨ ਕਰ ਸਕਦੇ ਹੋ ਵੋਕੇਸ਼ਨ ਕਰੋ, ਵੋਕੇਸ਼ਨ ਕਰੋ, ਕਿਉਂਕਿ ਇਹਦੇ ਨਾਲ ਕੀ ਹੈ ਕਿ ਤੁਸੀਂ ਉਹਨਾਂ ਨਾਲੋਂ ਜਲਦੀ ਆਪਣੇ ਪੈਰਾਂ ਤੇ ਖੜੇ ਹੋਵੋਗੇ, ਕਮਾਈ ਦਾ ਸਰੋਤ ਆਪਣੇ ਪੇਰੈਂਟਸ ਵਾਸਤੇ ਵੀ ਬਣੋਗੇ, ਬਿਲਕੁਲ ਬਿਲਕੁਲ, ਤੇ ਸਮਾਜ ਵਾਸਤੇ। ਉਹੀ ਮੈਂ ਤੁਹਾਨੂੰ ਕਿਹਾ ਨਾ ਵੀ ਹਰ ਘਰ ਦੇ ਵਿੱਚ ਦੇਖੋ, ਨਾਲੇ ਬਾਕੀ ਆਪਣਾ ਟੈਲੈਂਟ ਪਛਾਣੋ, ਆਪਣਾ ਗੁਣ ਪਛਾਣੋ, ਪਹਿਲਾਂ ਆਪਣਾ ਇੰਟਰਸਟ ਪਛਾਣੋ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਬੱਚਾ ਜਿਹੜਾ ਸੀ ਉਹ ਪਲੰਬਿੰਗ ਦੇ ਕੰਮ ਦੇ ਵਿੱਚ ਉਹਨੂੰ ਇੰਟਰਸਟ ਸੀ, ਆਪਣੇ ਚਾਚੇ ਨਾਲ ਜਾਂਦਾ ਸੀ, ਤਾਂ ਉਹਨੂੰ ਜਦੋਂ ਉਹ ਕੋਰਸ ਕਰਨ ਲਈ ਕਿਹਾ, ਨੈਚੁਰਲੀ ਹਰ ਘਰ ਦੇ ਵਿੱਚ ਅੱਜ ਲੋੜ ਹੈ ਸਰ, ਭਾਵੇਂ ਘਰ ਬਣ ਚੁੱਕਿਆ ਹੈ ਫਿਰ ਵੀ ਕਦੇ ਕੋਈ ਟੂਟੀ ਖਰਾਬ ਹੈ, ਕਦੇ ਕੋਈ ਪਾਈਪ ਬਦਲਣ ਵਾਲੀ ਹੈ, ਚਾਰजेस ਬਹੁਤ ਜ਼ਿਆਦਾ ਲੈਂਦੇ ਨੇ, ਬਹੁਤ ਚਾਰजेस ਹਾਂ, ਘਰ ਆਣ ਦਾ ਹੀ 150 ਲੈਂਦੇ ਨੇ, ਬਾਕੀ ਉੱਪਰਲਾ ਜਿੰਨਾ ਕੰਮ ਦਾ ਖਰਚਾ ਹੋਏਗਾ ਜਿਹੜਾ ਉਹ ਅਲੱਗ ਹੈ, ਘਰ ਆਣ ਦਾ ਕਿਉਂਕਿ ਵਿਜ਼ਿਟ ਕੀਤੀ, ਭਾਵੇਂ ਉਹ ਐਦਾਂ ਦੇਖ ਕੇ ਹੀ ਮੁੜ ਜਾਣ ਤਾਂ ਵੀ ਉਹਦਾ 150 ਚਾਰजेस ਲੈਂਦੇ ਨੇ। ਸੋ ਬੇਟਾ ਦੇਖੋ, ਇਸ ਤਰੀਕੇ ਨਾਲ ਫਾਈਨੈਂਸ਼ੀਅਲੀ ਇਲੈਕਟ੍ਰੀਸ਼ੀਅਨ ਦਾ ਕੋਰਸ ਮੁੰਡਿਆਂ ਲਈ ਬਹੁਤ ਵਧੀਆ ਜੀ। ਹਰ ਜਗ੍ਹਾ ਬਿਜਲੀ ਜਿਹੜੀ ਹੈਗੀ ਹੈ ਭਾਵੇਂ ਲਗਵਾ ਵੀ ਲਈਏ ਆਪਾਂ, ਬਲਬ ਵੀ ਹਰੇਕ ਸਾਲ ਬਦਲਣੇ ਪੈਂਦੇ ਨੇ, ਕਦੇ ਫਿਊਜ਼ ਹੋ ਗਏ, ਪੱਖੇ ਹੀ ਇੰਸਟਾਲ ਕਰਨ ਦਾ ਕਾਫੀ ਚਾਰजेस ਲੈਂਦੇ ਨੇ ਸਰ। ਬਹੁਤ ਆਪਣੇ ਕੋਲ ਬਹੁਤ ਸਾਰੇ ਐਸੇ ਕੋਰਸ ਨੇ, ਜਿਵੇਂ ਹਾਰਟੀਕਲਚਰ ਹੋ ਗਿਆ, ਗਾਰਮੈਂਟ ਮੇਕਿੰਗ ਹੋ ਗਿਆ, ਉਸ ਤੋਂ ਬਾਅਦ ਆਪਣੇ ਕੋਲ ਐਗਰੀਕਲਚਰ ਹੋ ਗਿਆ, ਤੇ ਇਹ ਕੋਰਸ ਕਰਕੇ ਨਾ ਵਿਦਿਆਰਥੀ ਬਹੁਤ ਜਲਦੀ ਕਮਾਈ ਦੇ ਜਿਹੜੇ ਹੈਗੇ ਆਪਣੇ ਸਾਧਨ ਨੂੰ ਬਣਾ ਲੈਂਦੇ ਨੇ। ਸ਼ਹਿਰਾਂ ਦੇ ਵਿੱਚ ਕਿਉਂਕਿ ਸ਼ਹਿਰਾਂ 'ਚ ਮੰਗ ਬਹੁਤ ਜ਼ਿਆਦਾ ਹੈ ਇਸ ਚੀਜ਼ ਦੀ, ਸ਼ਹਿਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਮੰਗ ਹੈ। ਦੇਖਦੇ ਆ ਮਾਲੀ ਆਂਦਾ ਸਪੈਸ਼ਲੀ ਵੀ ਹਾਂਜੀ ਜੀ ਤੁਹਾਡੇ ਗਾਰਡਨ ਨੂੰ ਅਸੀਂ ਉਹ ਕਰ ਦਿੰਦੇ ਆਂਗੇ, ਹਨਾ, ਗਾਰਡਨਿੰਗ ਦਾ ਕੰਮ ਕਰ ਦਿੰਦੇ ਆ ਤੁਹਾਡਾ, ਤੇ ਲੈਂਡ ਸਲਾਈਡਿੰਗ ਬਣਾਉਣ ਦੇ ਚਾਰजेस ਬਹੁਤ ਜ਼ਿਆਦਾ ਲੈਂਦੇ ਨੇ। ਹਾਂਜੀ ਹਾਂ, ਲੈਂਡ ਸਲਾਈਡਿੰਗ ਜਿਹੜਾ ਹੈਗਾ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜਾ ਹੈਗੀ ਦੀ ਮੰਗ ਬਹੁਤ ਉੱਠ ਰਹੀ ਹੈ, ਕਿਉਂਕਿ ਲੋਕ ਸ਼ਹਿਰਾਂ ਦੇ ਵਿੱਚ ਕੀ ਹੁੰਦਾ, ਬੜੀ ਕੋਠੀਆਂ ਹੁੰਦੀਆਂ ਨੇ, ਤੇ ਉੱਥੇ ਲੈਂਡ ਸਲਾਈਡਿੰਗ ਬਣਾਉਂਦੇ ਤੇ ਉਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ, ਤੇ ਇਹਦੇ ਵਾਸਤੇ ਜਿਹੜੇ ਮਤਲਬ ਸਪੈਸ਼ਲ ਜਿਹੜੇ ਕਿਸੇ ਬੰਦੇ ਦੀ ਸਪੈਸ਼ਲਿਟੀ ਹੈ, ਉਸਨੇ ਕੋਰਸ ਕੀਤਾ ਹੋਇਆ ਤਾਂ ਉਹੀ ਬਣਾ ਸਕਦਾ ਹੈ। ਬਿਲਕੁਲ, ਤਾਂ ਉਹ ਚਾਰजेस ਵੀ ਜ਼ਿਆਦਾ ਲੈਂਦਾ ਫਿਰ। ਬਿਲਕੁਲ ਠੀਕ ਹੈ ਸਰ। ਸੋ ਹੋਰ ਕਿਹੜੇ ਕੋਰਸਿਸ ਹੈ ਸਰ ਜਿਨ੍ਹਾਂ ਦੀ ਅੱਜ ਡਿਮਾਂਡ ਵੀ ਜ਼ਿਆਦਾ ਹੈ ਜਾਂ ਅੱਜ ਪਪੂਲਰ ਵੀ ਹੈਗੇ ਨੇ ਅੱਜ ਦੇ ਟਾਈਮ ਦੇ ਵਿੱਚ? ਹਾਂਜੀ ਮੈਮ, ਤਾਂ ਅੱਜ ਕੱਲ ਜੋ ਹੈ ਵੈਸੇ ਤਾਂ ਸਾਰੇ ਹੀ ਜਿੰਨੇ ਵੀ ਜਿਹੜੇ ਫੇਮਸ ਕੋਰਸ ਨੇ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸਕੂਲਾਂ 'ਚ ਕਰਾਏ ਜਾਂਦੇ ਨੇ, ਕਿਉਂਕਿ ਸਰਕਾਰ ਨੇ ਪਹਿਲਾਂ ਦੇਖਿਆ, ਇਸ ਤੇ ਰਿਸਰਚ ਕੀਤੀ ਵੀ ਕਿਹੜੇ ਐਸੇ ਜਿਹੜੇ ਕੋਰਸ ਨੇ ਕਿ ਬੱਚਿਆਂ ਨੂੰ ਕਰਾਉਣੇ ਚਾਹੀਦੇ ਨੇ ਕਿ ਬੱਚੇ ਉਹ ਕੋਰਸ ਕਰਨ ਤੇ ਆਪਣੇ ਪੈਰਾਂ ਤੇ ਖੜੇ ਹੋ ਜਾਣ, ਕਿਉਂਕਿ ਉਹ ਵੀ ਚਾਹੁੰਦੇ ਨੇ, ਸਰਕਾਰ ਨੇ ਵੀ ਦੇਖਿਆ ਵੀ ਬੱਚੇ ਆਪਣਾ ਟਾਈਮ ਨਾ ਵਿਅਰਥ ਕਰਨ, ਵੀ ਸਿਰਫ ਅਸੀਂ ਨੇ ਪੜ੍ਹ ਕੇ ਚਲਾ ਜਾਣਾ ਪਰ ਉਹਦੀ ਅੱਗੇ ਲੋੜ ਨਾ ਪਵੇ। ਤਾਂ ਸਾਰੀ ਰਿਸਰਚ ਕਰਨ ਤੋਂ ਬਾਅਦ ਜਿਹੜੇ ਹੈਗੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਵੋਕੇਸ਼ਨ ਕੋਰਸ ਜਿਹੜੇ NSQF ਅੰਡਰ ਸ਼ੁਰੂ ਕੀਤੇ ਗਏ। ਓਕੇ ਜੀ। ਤਾਂ ਇਸ ਦਾ ਹੁਣ ਜਿਹੜੇ ਸੀਗੇ ਕਿ ਕੁਝ ਜਿਹੜੇ ਵਿਸ਼ੇ ਸੀਗੇ, ਕੁਝ ਲੜਕੀਆਂ ਵਾਸਤੇ ਜ਼ਿਆਦਾ ਵਧੀਆ ਨੇ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਮਾਰਕੀਟਿੰਗ ਹੋ ਗਿਆ, ਬਿਊਟੀ ਐਂਡ ਵੈਲਨੈਸ ਹੋ ਗਿਆ, ਇੰਸ਼ੋਰੈਂਸ ਹੋ ਗਿਆ, ਕੰਪਿਊਟਰ ਸਾਇੰਸ ਹੋ ਗਿਆ, ਫੂਡ ਪ੍ਰੀਜ਼ਰਵੇਸ਼ਨ, ਉਹ ਇਹਦੀ ਬਹੁਤ ਡਿਮਾਂਡ ਹੈ। ਆਪਣੇ ਫੂਡ ਪ੍ਰੀਜ਼ਰਵੇਸ਼ਨ ਦੇ ਵਿੱਚ ਕਿਹਾ ਕਿ ਕਿੰਨਾ ਆਪਣੇ ਦੇਸ਼ 'ਚ ਕਹਿੰਦੇ ਕਰੋੜਾਂ ਦਾ ਫੂਡ ਆਪਾਂ ਐਵੇਂ ਸਿੱਟ ਦਿੰਦੇ, ਵੇਸਟ ਚਲਾ ਜਾਂਦਾ। ਬਿਲਕੁਲ ਸਰ, ਠੀਕ ਹੈ ਨਾ, ਇਸ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਆਪਾਂ ਉਸ ਨੂੰ ਸਾਂਭ ਲਈਏ ਤਾਂ ਉਹ ਅੱਗੇ ਵੇਚ ਕੇ, ਇਹਦਾ ਮਤਲਬ ਕਿ ਜਿਹੜਾ ਕਰੋੜ ਰੁਪਏ ਆਪਣਾ ਖਰਾਬ ਹੋ ਰਿਹਾ ਹੈ ਉਹ ਅੱਗੇ ਵੇਚ ਕੇ ਆਪਾਂ ਕਮਾਈ ਕਰ ਸਕਦੇ ਹਾਂ। ਸਹੀ ਗੱਲ ਹੈ, ਰੋਜ਼ ਦੇਖਦੇ ਆਪਾਂ ਸਰ ਕਿੰਨੇ ਮਤਲਬ ਆਲੂ ਇਹ ਚੀਜ਼ਾਂ ਖਰਾਬ ਹੋ ਰਹੀਆਂ, ਇਹਨਾਂ ਨੂੰ ਪ੍ਰੋਸੈਸਿੰਗ ਦੀ ਲੋੜ ਹੈ, ਤਾਂ ਆਪਣੇ ਕੋਲ ਫੂਡ ਪ੍ਰੀਜ਼ਰਵੇਸ਼ਨ ਦੇ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਉਹਦੀ ਪ੍ਰੋਸੈਸਿੰਗ ਸਿਖਾਈ ਜਾਂਦੀ ਹੈ, ਵੀ ਜਿਹਦੇ ਨਾਲ ਕਿਹਾ ਹੈ ਉਹ ਆਪਣੀ ਕਮਾਈ ਨੂੰ ਹੋਰ ਜ਼ਿਆਦਾ ਵਧਾ ਸਕਦੇ। ਫੂਡ ਪ੍ਰੋਸੈਸਿੰਗ ਵਿੱਚ ਸਰ ਜਿਵੇਂ ਜਾਮ, ਚਟਨੀਆਂ, ਇਹ ਸਭ ਅਚਾਰ ਹੋ ਗਿਆ, ਇਹ ਬੱਚਿਆਂ ਨੂੰ ਸਿਖਾਇਆ ਜਾਂਦਾ ਜੀ, ਇਹ ਬੱਚਿਆਂ ਨੂੰ ਸਿਖਾਇਆ ਜਾਂਦਾ ਜੀ। ਤਾਂ ਬੱਚੇ ਕਿਆ ਹੁੰਦਾ ਕਿ +2 ਕਰਨ ਤੋਂ ਬਾਅਦ ਉਹ ਅਚਾਰ ਹੋ ਗਿਆ, ਮੁਰੱਬਾ ਹੋ ਗਿਆ, ਜੈਮ ਹੋ ਗਿਆ, ਇਹ ਸਾਰੇ ਬਣਾ ਕੇ ਅੱਗੇ ਵੇਚਦੇ ਨੇ ਜੀ, ਬੱਚਿਆਂ ਨੂੰ ਕਮਾਈ ਹੋਗੀ। ਦੇਖੋ ਔਰ ਛੋਟੀਆਂ ਚੀਜ਼ਾਂ ਨੇ, ਛੋਟੀਆਂ, ਤੇ ਇਹਦੇ ਵਾਸਤੇ ਮੈਂ ਬੜੀ ਫਰਮ ਦੀ ਲੋੜ ਵੀ ਨਹੀਂ ਹੈਗੀ, ਬੱਚੇ ਘਰ ਬੈਠ ਕੇ ਆਪਣਾ ਕੰਮ ਕਰ ਰਹੇ ਨੇ, ਜ਼ਿਆਦਾ ਖਰਚਾ ਵੀ ਨਹੀਂ ਹੈਗਾ ਇਸ ਚੀਜ਼ ਤੇ, ਕੋਈ ਬੜਾ ਬਜਟ ਨਹੀਂ ਚਾਹੀਦਾ ਹੈਗਾ। ਤੇ ਬੱਚੇ ਨੈਕਸਟ ਹੈਗਾ ਆਪਣੇ ਕੋਲ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਜਿਹੜਾ ਹੈਗਾ, ਬੈਂਕ ਤੇ ਇੰਸ਼ੋਰੈਂਸ ਵਿੱਚ ਵੀ ਜਾ ਸਕਦੇ ਨੇ ਜੀ। ਤੇ ਜਿਹੜੇ ਲੜਕੇ ਆ ਉਹਨਾਂ ਵਾਸਤੇ ਜਿਵੇਂ ਕਹਿੰਦੇ ਵੀ ਥੋੜਾ ਜ਼ੋਰ ਵਾਲਾ ਵੀ ਹੁੰਦਾ, ਜਿਵੇਂ ਪਲੰਬਰ ਦਾ ਕੰਮ ਹੋ ਗਿਆ ਜੀ, ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਜੀ, ਹਾਰਟੀਕਲਚਰ ਹੋ ਗਿਆ ਜੀ। ਉਸ ਤੋਂ ਬਾਅਦ ਇਲਾਵਾ ਜਿਹੜੇ ਬੱਚੇ ਮਤਲਬ ਦਿਮਾਗੀ ਤੌਰ ਤੇ ਜ਼ਿਆਦਾ ਕੰਮ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਮਾਡਰਨ ਆਫਿਸ ਮੈਨੇਜਮੈਂਟ ਹੋ ਗਿਆ। ਟੈਕਸੇਸ਼ਨ ਪ੍ਰੈਕਟਿਸ ਦੀ ਬਹੁਤ ਮੰਗ ਹੈ ਜੀ, ਹਰ ਕੋਈ ਡਰਦਾ ਜੀ ਵੀ ਇਨਕਮ ਟੈਕਸ ਦਾ ਜਿਹੜਾ ਹੈਗਾ ਅਸੀਂ ਉਸ ਵੀ ਸਾਨੂੰ ਕੋਈ ਨੋਟਿਸ ਨਾ ਆ ਜਾਵੇ। ਤੁਸੀਂ ਮੰਨੋਗੇ ਮੈਡਮ, ਮੈਨੂੰ 2 ਵਾਰ ਇਨਕਮ ਟੈਕਸ ਦਾ ਨੋਟਿਸ ਆ ਚੁੱਕਿਆ ਜੀ। ਓਕੇ, ਹਾਂਜੀ। ਤੇ ਮੈਨੂੰ ਟੈਕਸ ਬਾਰੇ ਮੈਂ BCom 'ਚ ਵੀ ਪੜ੍ਹਿਆ ਹੋਇਆ, ਮੈਨੇ MCom 'ਚ ਵੀ ਪੜ੍ਹਿਆ ਹੋਇਆ, ਤਾਂ ਮੈਨੇ ਨਹੀਂ ਕਿਸੇ ਵਕੀਲ ਨੂੰ ਕੀਤਾ, ਮੈਨੇ ਨਹੀਂ ਕਿਸੇ CA ਨੂੰ ਕੀਤਾ, ਉਹਦਾ ਰਿਪਲਾਈ ਮੈਨੇ ਆਪ ਕੀਤਾ ਤੇ ਕੋਈ ਪ੍ਰੋਬਲਮ ਨਹੀਂ ਆਈ ਜੀ, ਸਾਰੀ ਸੌਰਟ ਆਊਟ ਹੋ ਗਿਆ। ਤਾਂ ਮਤਲਬ ਇਹ ਜੋ ਮੈਨੇ ਆਪਣਾ ਟੈਕਸ ਦਾ ਸੌਰਟ ਆਊਟ ਕੀਤਾ, ਇਹ ਮੈਨੇ BCom 'ਚ ਵੀ ਪੜ੍ਹਿਆ, MCom 'ਚ ਵੀ ਜਿਹੜੀ ਕਿਤਾਬ ਪੜ੍ਹੀ। ਤੇ ਬੱਚਿਆਂ ਲਈ ਦੇਖੋ ਖੁਸ਼ਖਬਰੀ ਹੈ ਕਿ ਇਹ ਉਹੀ ਕਿਤਾਬ ਆਪਣੇ +1 +2 'ਚ ਬੱਚੇ ਪੜ੍ਹਦੇ ਨੇ ਜੀ। ਬਿਲਕੁਲ ਟੈਕਸੇਸ਼ਨ ਐਂਡ ਪ੍ਰੈਕਟਿਸ ਦੀ ਬੁੱਕ ਬੱਚੇ +1 +2 'ਚ ਪੜ੍ਹਦੇ ਨੇ, ਤਾਂ ਉਹਨਾਂ ਨੂੰ ਟੈਕਸ ਦੀ ਪੂਰੀ ਨੌਲੇਜ। ਦੇਖੋ ਜੀ, BCom ਦੀ ਕਿਤਾਬ ਆਪਾਂ +1 +2 'ਚ ਲਗਾਈ ਹੋਈ ਹੈ, ਜਿਹਦੇ ਕਿ ਬੱਚੇ ਨੂੰ ਮਤਲਬ ਉਹ ਕੋਰਸ ਕਰਨ ਵਾਸਤੇ BCom ਤੇ ਇੰਨਾ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੈਗੀ। ਆਹੋ, ਜਿਹੜਾ ਵੱਡੀਆਂ ਡਿਗਰੀਆਂ ਦੇ ਵਿੱਚ ਜਿੰਨਾ 3-4 ਸਾਲ ਦੇ ਵਿੱਚ ਬੱਚੇ ਨੇ ਸਿੱਖਣਾ ਹੈ,
ਉਸੇ ਨੂੰ ਬੇਟਾ ਕਨਸੈਂਟਰੇਟਡ ਫਾਰਮ ਦੇ ਵਿੱਚ ਵੋਕੇਸ਼ਨਲ ਕੋਰਸ ਵਿੱਚ ਸਿਖਾ ਦਿੱਤਾ ਜਾਂਦਾ ਹਾਂਜੀ ਜਿਹੜੀ ਚੀਜ਼ ਦੀ ਲੋੜ ਹੈ। ਹਾਂਜੀ ਹਾਂ ਠੀਕ ਹੈ ਨਾ, ਤੁਸੀਂ ਵੀ ਬੀਕਾਮ ਕੀਤੀ, ਐਮਕਾਮ ਕੀਤੀ, ਉਸ ਤੋਂ ਬਾਅਦ ਤੁਸੀਂ ਰਿਟਰਨ ਭਰਨ ਦੇ ਕਾਬਿਲ ਹੋਏ। ਕਿੰਨੇ ਪੈਸੇ ਲੱਗ ਗਏ, ਕਿੰਨਾ ਪੈਸਾ ਲੱਗ ਗਿਆ, ਕਿੰਨਾ 5 ਸਾਲ ਲੱਗ ਗਏ ਜੀ, 5 ਸਾਲ ਸਟੱਡੀ ਦੇ ਲੱਗੇ, ਉਰੇ 2 ਸਾਲ ਸਟੱਡੀ ਦੇ ਨੇ। 11ਵੀਂ 12ਵੀਂ ਕੀਤੀ ਜਿਹਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਵੀ ਮਿਲੇਗੀ। ਠੀਕ ਹੈ ਜੀ, ਉਹਦਾ ਪ੍ਰੈਕਟੀਕਲ ਪੂਰਾ ਹੋ ਜਾਂਦਾ, ਉਹਦੇ ਵਿੱਚ ਥਿਓਰੈਟੀਕਲ ਨੌਲੇਜ ਕਿਤਾਬ ਤੋਂ ਮਿਲ ਜਾਣੀ ਹੈ। ਸਿੱਧਾ +2 ਤੋਂ ਬਾਅਦ ਟੈਕਸ ਕੰਸਲਟੈਂਟ ਦਾ ਕੰਮ ਕਰ ਸਕਦਾ ਜੀ, ਲੋਕਾਂ ਨੂੰ ਦੱਸਣਾ ਵੀ ਟੈਕਸ ਕਿਵੇਂ ਬਚਾਉਣਾ। ਔਰ ਅੱਜ ਤਾਂ ਇਹਦੀ ਬਹੁਤ ਡਿਮਾਂਡ ਹੈ, ਬਹੁਤ ਡਿਮਾਂਡ ਹੈ। ਹਰ ਬੰਦਾ, ਮੈਂ ਕਹ ਰਹੀ ਹਾਂ, ਤੁਰੇ ਫਿਰ ਰਹੇ ਹੁੰਦੇ ਨੇ ਜੀ, ਟੈਕਸ ਕੌਣ ਭਰ ਦੂਗਾ, ਟੈਕਸ ਭਰ ਸਕਦਾ ਕੋਈ, ਟੈਕਸ ਭਰ ਸਕਦਾ ਕੋਈ। ਮੈਂ ਖੁਦ, ਮੈਨੂੰ ਪਤਾ ਹੈ ਕਿ ਮੈਂ ਬਹੁਤ ਸਾਰਿਆਂ ਦੇ ਟੈਕਸ ਭਰਦੀ ਹਾਂ, ਮੇਰਾ ਆਪਣਾ ਮਤਲਬ ਆਪਣਾ ਵੀ ਮੈਂ ਆਪ ਭਰਦੀ ਹਾਂ, ਔਰ ਹੋਰ ਵੀ ਬਹੁਤ ਸਾਰੇ। ਪਰ ਜੇ ਵੋਕੇਸ਼ਨਲ ਕੋਰਸ ਦੇ ਰਿਗਾਰਡਿੰਗ ਦੇ ਰਾਹੀਂ ਇਹ ਜਾਣਕਾਰੀ ਮਿਲ ਜਾਏ ਤਾਂ ਵਾਕਈ ਉਹ ਪੈਸਾ ਬੱਚੇ ਕਮਾ ਸਕਦੇ ਨੇ। ਚਲੋ ਅਸੀਂ ਤਾਂ ਮਤਲਬ ਆਪਣੇ ਦੋਸਤਾਂ ਮਿੱਤਰਾਂ ਦਾ ਭਰ ਦੇਈਦਾ, ਮਤਲਬ ਜਿਹੜੇ ਸਾਥੀ ਮਿੱਤਰ ਹੈਗੇ ਨੇ ਉਹਨਾਂ ਦਾ ਭਰ ਦੇਈਦਾ। ਪਰ ਬੇਟਾ ਤੁਸੀਂ ਤਾਂ ਆਪਣਾ ਪੈਸਾ ਕਮਾ ਸਕਦੇ ਹੋ ਉਸ ਚੀਜ਼ ਤੇ। ਹਰ ਇੱਕ 500 ਇੱਕ ਰਿਟਰਨ ਭਰਨ ਦਾ 1000 ਰੁਪਇਆ ਲੈਂਦੇ ਨੇ, 500 ਰੁਪਇਆ ਲੈਂਦੇ ਨੇ। ਸੋ ਤੁਹਾਨੂੰ ਫੀਸਾਂ ਭਰਨ ਦੇ ਵਿੱਚ, ਸੋ ਇਸ ਤਰ੍ਹਾਂ ਦੇ ਕੋਰਸਿਸ, ਛੋਟੇ ਕੋਰਸਿਸ ਤੁਹਾਨੂੰ ਰੈਦਰ ਦੇਖਣੇ ਚਾਹੀਦੇ ਨੇ, ਧਿਆਨ ਦੇਣਾ ਚਾਹੀਦਾ ਹੈ ਵੀ ਜਿਹਦੇ ਵਿੱਚ ਤੁਸੀਂ ਮਤਲਬ ਇਹ ਵੋਕੇਸ਼ਨਲ ਛੋਟੇ ਕੋਰਸ ਕਰਕੇ ਆਪਣੇ ਮਾਤਾ ਪਿਤਾ ਨੂੰ ਫੀਸਾਂ ਦੇ ਵਿੱਚ ਵੀ ਮਦਦ ਦੇ ਸਕੋ, ਔਰ ਤੁਹਾਡਾ ਆਪਣਾ ਵੀ ਜਿਹੜੀ ਜੇਬ ਖਰਚਾ ਹੈ ਉਹ ਪੂਰਾ ਕਰ ਸਕੋ। ਐਟਲੀਸਟ ਆਪਣੀਆਂ ਲੋੜਾਂ ਜਿਹੜੀਆਂ ਨੇ ਪੂਰੀਆਂ ਕਰ ਸਕੋ। ਜੇ ਬੇਟਾ ਫੋਰਨ ਕੰਟਰੀਜ਼ ਦੀ ਆਪਾਂ ਨਕਲ ਤਾਂ ਕਰਦੇ ਹਾਂ ਬਹੁਤ ਚੀਜ਼ਾਂ ਦੇ ਵਿੱਚ, ਠੀਕ ਹੈ ਨਾ, ਵੈਸਟਰਨ ਕੰਟਰੀਜ਼ ਦੀ ਬਹੁਤ ਚੀਜ਼ਾਂ 'ਚ ਨਕਲ ਕਰਦੇ ਹਾਂ, ਫਿਰ ਬੇਟਾ ਉਹ ਤਾਂ ਜਿਹੜੇ ਹੈਗੇ ਨੇ 18 ਸਾਲ ਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹ ਪਾਰਟ ਟਾਈਮ ਆਪਣਾ ਜੌਬ ਕਰਨ ਲੱਗ ਜਾਂਦੇ ਨੇ। ਔਰ ਇੱਥੇ ਆਪਾਂ ਦੇਖਦੇ ਹਾਂ ਕਿ ਡਿਗਰੀਆਂ ਵੀ ਕਰੀ ਜਾਂਦੇ ਹਾਂ, BA ਵੀ ਕਰ ਲੈਂਦੇ ਹਾਂ, MA ਵੀ ਕਰ ਲੈਂਦੇ ਹਾਂ, ਤਾਂ ਵੀ ਅਸੀਂ ਡੈਡੀ ਕੋਲੇ ਜਾ ਕੇ ਕਹਿੰਦੇ ਆ ਵੀ ਡੈਡੀ ਫੀਸ ਦਿਓ। ਠੀਕ ਹੈ ਨਾ, ਸੋ ਆਪਾਂ ਵੀ ਉਹ ਕਲਚਰ ਨੂੰ ਬਦਲੀਏ ਤੇ +2 ਤੋਂ ਬਾਅਦ ਜਦੋਂ 18 ਸਾਲ ਦੇ ਆਪਾਂ ਹੋ ਜਾਂਦੇ ਆ, ਉਸ ਤੋਂ ਬਾਅਦ ਕੋਸ਼ਿਸ਼ ਕਰੀਏ ਕਿ ਆਪਣਾ ਜਿਹੜਾ ਹੈਗਾ ਮਤਲਬ ਆਪਣੇ ਆਪ ਨੂੰ ਆਪਣੇ ਪੈਰਾਂ ਸਿਰ ਕਰੀਏ ਔਰ ਆਪਣਾ ਖਰਚਾ ਕੱਢੀਏ। ਠੀਕ ਹੈ ਨਾ ਸਰ, ਹੋਰ ਕੋਈ ਗੱਲਬਾਤ ਤੁਸੀਂ ਦੱਸਣਾ ਚਾਹੋਗੇ ਵੋਕੇਸ਼ਨਲ ਕੋਰਸਿਸ ਦੇ ਰਿਗਾਰਡਿੰਗ, ਜਿਹੜਾ ਇਹਨਾਂ ਚੀਜ਼ਾਂ ਤੋਂ ਇਲਾਵਾ ਕੁਝ, ਜਾਂ ਕੋਈ ਜਿਹੜਾ ਵਿਦਿਆਰਥੀਆਂ ਨੂੰ ਤੁਸੀਂ ਸਪੈਸ਼ਲ ਮੈਸੇਜ ਦੇਣਾ ਚਾਹੋ ਕਿਉਂਕਿ ਤੁਹਾਡਾ ਇੰਨਾ ਐਕਸਪੀਰੀਅੰਸ ਹੈ। ਬੱਚਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਮਤਲਬ ਆਪਣੇ ਦੋਸਤ ਦੀ ਗੱਲ ਮੰਨ ਕੇ ਨਾ, ਵੀ ਮੇਰੇ ਦੋਸਤ ਨੇ ਰੱਖ ਲਈ ਜੀ, ਜਾਂ ਮੇਰੇ ਤਾਏ ਦੇ ਮੁੰਡੇ ਨੇ ਰੱਖ ਲਈ ਜੀ, ਮੇਰੇ ਰਿਸ਼ਤੇਦਾਰ ਨੇ ਜਿਹੜਾ ਕੋਰਸ ਕੀਤਾ ਮੈਂ ਤਾਂ ਉਹ ਕਰਨਾ ਹੈ, ਨਹੀਂ, ਐਵੇਂ ਨਹੀਂ ਕਰਨਾ। ਆਪਣਾ ਖੁਦ ਦੀ ਰੁਚੀ ਦੇਖਣ। ਠੀਕ ਹੈ ਜੀ, ਇਹ ਬਹੁਤ ਜ਼ਿਆਦਾ ਦੇਖਣੀ ਜ਼ਰੂਰੀ ਹੈ। ਰੁਚੀ ਪਲੱਸ ਗੁਣ ਵੀ ਦੇਖ ਜ਼ਰੂਰੀ ਹੈ। ਹੁਣ ਕੋਈ ਬੱਚਾ ਹੈਗਾ, ਉਹਨੇ ਦੇਖ ਲਿਆ ਵੀ ਉਹਦੇ ਚਾਚੇ ਦੇ ਜਾਂ ਕਿਸੇ ਰਿਸ਼ਤੇਦਾਰ ਨੇ ਮੁੰਡੇ ਨੇ ਨੌਨ ਮੈਡੀਕਲ ਰੱਖ ਲਈ ਜੀ, ਠੀਕ ਹੈ ਜੀ, ਪਰ ਉਹਦਾ ਨੌਨ ਮੈਡੀਕਲ ਉਹਨੇ ਤਿਆਰ ਰੱਖੀ ਕਿਉਂਕਿ ਉਹਦਾ ਮੈਥ ਵਿੱਚ ਤੇ ਸਾਇੰਸ ਇੰਟਰਸਟ ਹੈ। ਬਿਲਕੁਲ ਤੇ ਇੱਧਰ ਉਸ ਬੱਚੇ ਦਾ ਜਿਹਨੂੰ ਜ਼ਬਰਦਸਤੀ ਰਖਵਾਏਗੀ ਉਹਦਾ ਇੰਟਰਸਟ ਨਹੀਂ ਹੈ, ਉਹਦਾ ਇੰਟਰਸਟ ਕੋਈ। ਤਾਂ ਦੇਖੋ ਜੀ, ਪੇਰੈਂਟਸ ਦੇ ਪੈਸੇ ਵੀ ਖਰਾਬ ਹੋਏ ਤੇ ਬੱਚੇ ਦੀ ਪੜ੍ਹਾਈ ਵੀ ਖਰਾਬ ਹੋ ਗਈ, ਔਰ ਫਿਰ ਉਹ ਸਾਲ ਵੀ ਖਰਾਬ ਹੋ ਗਿਆ। ਦੇਖੋ ਸਾਲ ਬਾਅਦ ਫਿਰ ਕੋਰਸ ਬਦਲਣਾ ਪੈਂਦਾ। ਤਾਂ ਬੱਚਿਆਂ ਨੂੰ ਆਪਣੀ ਰੁਚੀ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਉਹਦੀ ਕਿਹੜੇ ਸਬਜੈਕਟ ਵਿੱਚ ਰੁਚੀ ਹੈ। ਬਿਲਕੁਲ, ਫਿਰ ਹੀ ਉਹਨੂੰ ਚੁਣਨਾ ਚਾਹੀਦਾ। ਬੇਟਾ ਨਾਲ ਆਪਣਾ ਟੈਲੈਂਟ ਵੀ ਦੇਖੋ, ਗੁਣ ਦੇਖੋ। ਜ਼ਰੂਰੀ ਨਹੀਂ ਹੈ ਕਿ ਮੇਰੀ ਰੁਚੀ ਜਿਸ ਚੀਜ਼ 'ਚ ਹੋਵੇ ਉਹ ਮੇਰਾ ਟੈਲੈਂਟ ਵੀ ਹੋਵੇ। ਦੇਖੋ ਤੁਸੀਂ ਕਿਹੜਾ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇ ਤੁਹਾਡਾ ਮੈਥਸ ਵਧੀਆ ਹੈ, ਜੇ ਤੁਹਾਡੀ ਸਾਇੰਸ ਵਧੀਆ ਹੈ, ਫਿਰ ਠੀਕ ਹੈ, ਨਾਨ ਮੈਡੀਕਲ ਸਟਰੀਮ 'ਚ ਜਾਓ। ਠੀਕ ਹੈ ਨਾ, ਫਿਰ ਤੁਸੀਂ ਆ ਟੈਕਸੇਸ਼ਨ ਪ੍ਰੈਕਟਿਸ ਵਗੈਰਾ ਵਾਲਾ ਕੋਰਸ ਲੈ ਸਕਦੇ ਹੋ। ਠੀਕ ਹੈ ਨਾ, ਪਰ ਜੇ ਤੁਹਾਡੀ ਹੱਥੀਂ ਕੰਮ ਕਰਨ ਦੇ ਵਿੱਚ ਮਾਹਰਤਾ ਹੈਗੀ, ਠੀਕ ਹੈ ਨਾ, ਫਿਰ ਤਾਂ ਪਲੰਬਰ ਦਾ, ਇਲੈਕਟ੍ਰੀਸ਼ੀਅਨ ਦਾ, ਹਾਰਟੀਕਲਚਰ ਹੋ ਗਿਆ, ਜਿਹੜੇ ਹੈਗੇ ਨੇ ਇਹ ਕਰ ਸਕਦੇ ਹੋ ਤੁਸੀਂ। ਠੀਕ ਹੈ ਨਾ, ਹੁਣ ਜਿੰਨਾ ਕੁੜੀਆਂ ਦੀ ਆਰਟਿਸਟਿਕ ਉਸ ਦੇ ਵਿੱਚ ਰੁਚੀ ਹੈਗੀ ਹੈ, ਆਰਟ ਵਧੀਆ ਹੈਗੀ ਹੈ, ਉਹ ਬਿਊਟੀ ਪਾਰਲਰ ਦਾ ਕੋਰਸ ਬੜਾ ਵਧੀਆ ਕਰ ਸਕਦੀਆਂ ਨੇ। ਇੱਕ ਨਵਾਂ ਡਰੈਸ ਡਿਜ਼ਾਈਨਿੰਗ ਦਾ, ਨਵਾਂ ਆਰਟ ਹੈ, ਨੇਲ ਆਰਟ ਦਾ, ਨੇਲ ਆਰਟ ਦੀ ਬਹੁਤ ਡਿਮਾਂਡ ਹੈ। ਹੇਅਰ ਸਟਾਈਲ ਦੀ, ਕੀ ਵਾਲਾਂ ਦੇ ਸਟਾਈਲ ਬਣਾਣੇ ਨੇ ਤੇ ਉਹਦਾ ਹੀ ਬਹੁਤ ਪੈਸਾ ਲੋਕ ਕਮਾ ਰਹੇ ਨੇ। ਸੋ ਬੇਟਾ, ਜੇ ਤੁਹਾਡੇ ਅੰਦਰ ਉਹ ਕ੍ਰੀਏਟੀਵਿਟੀ, ਪਹਿਲਾਂ ਤਾਂ ਪਛਾਣੋ ਆਪਣੇ ਅੰਦਰ। ਸਭ ਤੋਂ ਪਹਿਲੀ ਗੱਲ ਇਹ ਜ਼ਰੂਰੀ ਹੈ ਕਿ ਆਪਣਾ ਗੁਣ ਪਛਾਣੋ, ਤੁਹਾਡਾ ਗੁਣ ਕਿਹੜਾ ਹੈ, ਉਸ ਹਿਸਾਬ ਨਾਲ ਆਪਣਾ ਜਿਹੜਾ ਹੈਗਾ ਇੰਟਰਸਟ ਵੀ ਪੈਦਾ ਕਰੋ। ਕਿਉਂਕਿ ਜੇ ਜਿਹੜਾ ਤੁਹਾਡੇ ਚ ਜਿਸ ਕੰਮ 'ਚ ਤੁਸੀਂ ਮਾਹਰ ਹੀ ਨਹੀਂ, ਉਹਦੇ 'ਚ ਰੁਚੀ ਲੈ ਕੇ ਵੀ ਕੀ ਕਰੋਗੇ। ਠੀਕ ਹੈ ਨਾ, ਜਿਸ ਕੰਮ 'ਚ ਤੁਸੀਂ ਮਾਹਰ ਨਹੀਂ। ਸੋ ਪਹਿਲਾਂ ਆਪਣੀ ਮਾਹਰਤਾ ਦੇਖੋ ਕਿਸ ਪਾਸੇ ਨੂੰ ਹੈ, ਫਿਰ ਆਪਣੀ ਰੁਚੀ ਉਸ ਪਾਸੇ ਨੂੰ, ਫਿਰ ਉਹਦੇ ਅਕੋਰਡਿੰਗ ਆਪਣਾ ਕੋਰਸ ਜਿਹੜਾ ਹੈ ਜਾਂ ਆਪਣੇ ਸਬਜੈਕਟ ਜਿਹੜੇ ਨੇ ਚੁਣਨੇ ਚਾਹੀਦੇ ਨੇ। ਸੋ ਆਪਣਾ ਬੇਟਾ ਇਹ ਕੈਰੀਅਰ ਜਿਹੜਾ ਚੂਜ਼ ਕਰਨ ਸਮੇਂ ਬਹੁਤ ਧਿਆਨ ਨਾਲ ਰੱਖਣਾ। ਹਾਂਜੀ ਸਰ, ਤੁਸੀਂ ਨੈਕਸਟ ਆਪਣੇ ਕੋਲ ਹੈ, ਜਿਵੇਂ ਸਲਾਈਡ ਤੇ ਦੱਸਿਆ, ਸਮਾਜ ਵਿੱਚ ਸੰਬੰਧਿਤ ਕੋਰਸ ਦੀ ਮੰਗ ਕੀ ਹੈ। ਜਿਵੇਂ ਅੱਜ ਦੇ ਟਾਈਮ ਮੈਂ ਤੁਹਾਨੂੰ ਦੱਸਾਂ ਜੀ, ਤਾਂ ਮੈਂ ਇੱਕ ਇਲੈਕਟ੍ਰੀਸ਼ੀਅਨ ਨੂੰ ਮਿਲਿਆ, ਉਹ ਕਹਿੰਦਾ ਜੀ ਮੈਂ ਸਰਵਿਸ ਵਗੈਰਾ ਵੀ ਕਰ ਦੇਣਾ AC ਦੀ, ਪਰ ਉਹ ਸਾਡੇ ਘਰੇ ਸਰਵਿਸ ਕਰਨ ਮੈਨੂੰ ਰਾਤ ਨੂੰ 11 ਵਜੇ ਆਇਆ। ਉਹ ਕਹਿੰਦਾ ਜੀ ਮੇਰੇ ਕੋਲ ਟਾਈਮ ਹੀ ਨਹੀਂ ਹੈ, ਵੇਲੇ ਨਹੀਂ ਹੈ, ਨਾ ਮੈਨੂੰ ਕੋਈ ਬੰਦਾ ਮਿਲ ਰਿਹਾ ਜਿਹੜਾ ਮੇਰੇ ਕੋਲ ਕੰਮ ਕਰ ਸਕੇ। ਬਿਲਕੁਲ। ਤਾਂ ਇਹੀ ਹੈ ਨਾ ਕਿ ਜੇ ਆਪਾਂ ਵੋਕੇਸ਼ਨਲ ਦਾ ਕੋਰਸ ਕੀਤਾ ਹੋਏਗਾ ਤਾਂ ਉਹ ਕੋਰਸ ਕਰਨ ਤੋਂ ਬਾਅਦ ਸਿੱਧਾ ਜਾ ਕੇ ਸਮਾਜ ਨੂੰ ਸੇਵਾ ਦੇਗਾ।
ਸੇਵਾ ਦੇਗਾ ਤੇ ਕਮਾਈ ਕਰੇਗਾ ਜੀ। ਹਾਂਜੀ ਹਾਂਜੀ ਠੀਕ ਹੈ ਨਾ ਜੀ। ਤਾਂ ਇਸ ਕਰਕੇ ਸਮਾਜ ਵਿੱਚ ਉਸ ਵੋਕੇਸ਼ਨ ਕੋਰਸ ਦੀ ਮੰਗ ਦੇਖ ਕੇ ਫਿਰ ਉਹਦਾ ਸਮਾਂ ਵੀ ਦੇਖਣਾ ਚਾਹੀਦਾ ਵੀ ਉਹ ਤੇ ਕਿੰਨਾ ਸਮਾਂ ਲੱਗਦਾ ਤੇ ਉਹਦੇ ਕੋਲ ਕਿੰਨਾ ਸਮਾਂ ਹੈਗਾ, ਵੀ ਜ਼ਿਆਦਾ ਲੰਬਾ ਨਾ ਹੋਵੇ। ਹਾਂਜੀ ਹਾਂ, ਖਰਚਾ ਵੀ ਦੇਖਣਾ ਪੈਣਾ ਵੀ ਉਹਦੇ ਘਰ ਦੇ ਉਸ ਤੇ ਖਰਚਾ ਕਰ ਸਕਦੇ। ਹੁਣ ਜਿਵੇਂ ਜੀ ਵਿਦਿਆਰਥੀ ਕਈ ਵਾਰ ਨਾਨ ਮੈਡੀਕਲ ਚ ਐਡਮਿਸ਼ਨ ਲੈ ਲੈਂਦਾ, ਤਾਂ ਉਹਦਾ ਸਿਲੇਬਸ ਬਹੁਤ ਜ਼ਿਆਦਾ ਹੈ। ਕਈ ਵਾਰ ਕਿਆ ਹੁੰਦਾ ਕਿ ਵਿਦਿਆਰਥੀ ਨੂੰ ਜੇ ਨਹੀਂ ਸਮਝ ਆਉਂਦਾ ਤਾਂ ਉਹਨੂੰ ਟਿਊਸ਼ਨ ਰੱਖਣੀ ਪੈ ਜਾਂਦੀ ਹੈ। ਤਾਂ ਹੁਣ ਆਪਾਂ ਕਈ ਵਾਰ ਦੇਖਦੇ ਹਾਂ ਜੀ, ਬੱਚੇ ਨੇ ਨਾਨ ਮੈਡੀਕਲ ਰੱਖ ਲਿਓ, ਮੈਥ ਦੀ ਟਿਊਸ਼ਨ ਵੀ ਜਾ ਰਿਹਾ 1 ਘੰਟਾ, ਫਿਰ 1 ਘੰਟਾ ਕੈਮਿਸਟਰੀ ਦੀ ਟਿਊਸ਼ਨ ਜਾ ਰਿਹਾ, ਫਿਰ ਫਿਜ਼ਿਕਸ ਦੀ ਜਾ ਰਿਹਾ, ਕਿੰਨਾ ਸਮਾਂ ਉਹਦਾ ਉੱਥੇ ਹੀ ਲੱਗ ਜਾਂਦਾ। ਫਿਰ ਆ ਕੇ ਘਰ ਦਾ ਕੰਮ ਵੀ ਕਰਨਾ, ਉਹ ਆਪਣੇ ਘਰ ਦੇ ਨੂੰ ਨਹੀਂ ਮਿਲ ਪਾਉਂਦਾ, ਦੋਸਤਾਂ ਮਿੱਤਰਾਂ ਨੂੰ ਨਹੀਂ ਮਿਲ ਪਾਉਂਦਾ, ਬਾਹਰ ਖੇਲ ਨਹੀਂ ਜਾ ਸਕਦਾ। ਤਾਂ ਫਿਜ਼ੀਕਲੀ ਜਿਹੜਾ ਹੈਗਾ ਬੱਚਾ ਹੌਲੀ ਹੌਲੀ ਕਈ ਵਾਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਆਪਾਂ ਦੇਖਦੇ ਹਾਂ। ਪਰ ਵੋਕੇਸ਼ਨਲ ਦੇ ਵਿੱਚ ਕਿਆ ਹੈ, ਬੱਚਿਆਂ ਕੋਲ ਸਮਾਂ ਹੀ ਸਮਾਂ ਹੁੰਦਾ, ਕਿਉਂਕਿ ਇਹਦੇ ਵਿੱਚ ਜਿਹੜਾ ਕੋਰਸ ਹੈ ਇਸ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਟੀਚਰ ਸਕੂਲ 'ਚ ਦੇ ਦਿੰਦਾ। ਠੀਕ ਹੈ ਜੀ। ਤੇ ਸਿਲੇਬਸ ਵੀ ਜ਼ਿਆਦਾ ਵਾਈਡ ਨਹੀਂ ਹੁੰਦਾ, ਇਸ ਕਰਕੇ ਬੱਚੇ ਤੇ ਜ਼ਿਆਦਾ ਬਰਡਨ ਨਹੀਂ ਪੈਂਦਾ। ਤਾਂ ਇਸ ਤਰ੍ਹਾਂ ਵਿਦਿਆਰਥੀਓ, ਮੈਂ ਤੁਹਾਨੂੰ ਇਹੀ ਮੈਸੇਜ ਦੇਵਾਂਗਾ ਕਿ ਜਿਹੜਾ ਵੀ ਤੁਸੀਂ ਵਿਸ਼ਾ ਚੁਣਨਾ, ਤਾਂ ਤੁਸੀਂ ਉਸ ਵਿੱਚ ਆਪਣੀ ਰੁਚੀ, ਸਮਾਜ ਵਿੱਚ ਉਸ ਦੀ ਮੰਗ ਕੀ ਹੈ, ਉਸ ਤੋਂ ਬਾਅਦ ਉਸ ਕੋਰਸ ਤੇ ਕਿੰਨਾ ਸਮਾਂ ਲੱਗ ਰਿਹਾ ਹੈ, ਤੇ ਲਾਸਟ ਵਿੱਚ ਕਿ ਉਸ ਕੋਰਸ ਤੇ ਜਿੰਨਾ ਖਰਚਾ ਹੋ ਰਿਹਾ ਕਿ ਤੁਹਾਡੇ ਕੋਲ ਉਹਨੇ ਪੈਸੇ ਹੈ, ਇਹ ਦੇਖਣਾ ਜ਼ਰੂਰੀ ਹੈ। ਮੈਂ ਤੁਹਾਨੂੰ ਇਸ ਵਿੱਚ ਇੱਕ ਗੱਲ ਦੱਸਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਜਿੰਨੇ ਵੀ ਆਪਣੇ ਸਕੂਲ ਨੇ, ਉਹਨਾਂ ਦੇ ਵਿੱਚ ਜੋ ਵੋਕੇਸ਼ਨ ਦੇ ਕੋਰਸ ਨੇ ਮੈਮ, ਬਹੁਤ ਘੱਟ ਫੀਸ ਹੈ ਜੀ। ਓਕੇ, ਬਹੁਤ ਘੱਟ ਫੀਸ ਹੈ। ਤੇ ਇਹ ਕੋਰਸ ਕਰਕੇ ਤੁਸੀਂ ਤੁਹਾਨੂੰ ਇੱਕ ਸਰਟੀਫਿਕੇਟ ਮਿਲ ਜਾਣਾ, ਟ੍ਰੇਨਿੰਗ ਸਰਟੀਫਿਕੇਟ ਮਿਲ ਜਾਣਾ। ਤਾਂ ਇਹਦੇ ਨਾਲ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਓਗੇ ਤੇ ਕਮਾਈ ਦਾ ਸਰੋਤ ਜਿਹੜਾ ਹੈਗਾ ਕਮਾਈ ਕਰੋਗੇ, ਤੇ ਪੇਰੈਂਟਸ ਨੂੰ ਵੀ ਪੈਸੇ ਜਿਹੜੇ ਹੈਗੇ ਉਹਨਾਂ ਨੂੰ ਵੀ ਫਾਇਦਾ ਹੋਏਗਾ, ਤੁਹਾਡੇ ਮਾਪੇ ਨੂੰ ਵੀ ਫਾਇਦਾ ਹੋਏਗਾ। ਹਾਂਜੀ, ਬਹੁਤ ਵਧੀਆ ਗੱਲਾਂ ਅੱਜ ਤੁਸੀਂ ਦੱਸੀਆਂ ਨੇ ਮਨਦੀਪ ਜੀ। ਥੈਂਕ ਯੂ। ਤੇ ਬਿਲਕੁਲ ਉਮੀਦ ਕਰਦੇ ਹਾਂ ਕਿ ਸਾਡੇ ਵਿਦਿਆਰਥੀ ਜਿਹੜੇ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਫਾਇਦਾ ਲੈਣਗੇ। ਸੋ ਬੇਟਾ, ਜਿਵੇਂ ਕਿ ਅੱਜ ਤੁਹਾਨੂੰ ਮਨਦੀਪ ਸਰ ਨੇ ਸਾਰੀਆਂ ਇਹ ਗੱਲਾਂ ਦੱਸੀਆਂ ਨੇ, ਇਹਨਾਂ ਚੀਜ਼ਾਂ ਤੇ ਅਮਲ ਵੀ ਕਰਨਾ ਹੈ, ਇਹਨਾਂ ਨੂੰ ਸਮਝਣਾ ਹੈ ਚੰਗੀ ਤਰ੍ਹਾਂ, ਔਰ ਆਪਣਾ ਜਿਹੜਾ ਕੋਰਸ ਚੁਣਨਾ ਹੈ ਤੁਸੀਂ, ਉਹਦੇ ਲਈ ਬਹੁਤ ਸਮਝਦਾਰੀ ਨਾਲ ਚੁਣਨਾ ਹੈ। ਇਹ ਨਹੀਂ ਕਿ ਮੇਰੇ ਨਾਲ ਦੇ ਸਾਥੀ ਨੇ ਕਿਉਂਕਿ ਚੁਣ ਲਿਆ। ਕਈ ਮੈਂ ਵਿਦਿਆਰਥੀਆਂ ਨੂੰ ਬੇਟਾ ਇਹ ਵੀ ਦੇਖਿਆ ਹੈਗਾ ਕਿ ਚੰਗਾ ਭਲਾ ਮਾਂ-ਬਾਪ ਦਾ ਕਾਰੋਬਾਰ ਚੱਲ ਰਿਹਾ ਹੁੰਦਾ ਹੈਗਾ, ਮਾਂ-ਬਾਪ ਨੇ ਬੜੀ ਮਿਹਨਤ ਕੀਤੀ ਹੁੰਦੀ ਹੈ ਸਰ ਆਪਣਾ ਕਾਰੋਬਾਰ ਸੈੱਟ ਕਰਨ ਲਈ, ਤੇ ਉਹ ਜਿਹੜਾ ਹੈਗਾ ਉਹ ਛੱਡ ਕੇ ਉਹ ਹੋਰ ਕਾਰੋਬਾਰਾਂ ਵਿੱਚ ਦੋਸਤਾਂ ਦੇ ਮਗਰ ਲੱਗ ਕੇ ਚਲੇ ਜਾਂਦੇ ਨੇ। ਸੋ ਇਸ ਗੱਲ ਦਾ ਬਿਲਕੁਲ ਧਿਆਨ ਰੱਖਣਾ ਹੈ। ਜੇ ਫੇਰ ਵੀ ਤੁਹਾਨੂੰ ਨਾ ਪਤਾ ਲੱਗੇ ਤੇ ਆਪਣੇ ਸਕੂਲ ਦੇ ਸਕੂਲ ਕਾਉਂਸਲਰ ਨਾਲ ਮਿਲ ਕੇ ਜ਼ਰੂਰ ਇਸ ਬਾਰੇ ਜਾਣਕਾਰੀ ਲੈ ਕੇ ਸਾਰੀ ਸਮਝਦਾਰੀ ਨਾਲ ਹੀ ਆਪਣਾ ਕੋਰਸ ਚੁਣਨਾ। ਇਸ ਤਰ੍ਹਾਂ ਜਲਦਬਾਜ਼ੀ ਦੇ ਵਿੱਚ ਆਪਣਾ ਕੋਈ ਕੋਰਸ ਨਹੀਂ ਚੁਣਨਾ। ਸੋ ਇਹ ਅੱਜ ਦਾ ਸਾਡਾ ਲੈਕਚਰ ਸੀ। ਧੰਨਵਾਦ। ਥੈਂਕ ਯੂ।